ਸਿਆਣਪ ਇਹ ਹੈ, ਪੜਾਓ ਨੂੰ ਪੜਾਓ ਸਮਝੇ, ਘਰ ਨੂੰ ਘਰ ਸਮਝੇ। ਜ਼ਿੰਦਗੀ ਉਦੋਂ ਉਲਟ ਹੋ ਜਾਂਦੀ ਹੈ ਜਦ ਕੋਈ ਪੜਾਓ ਨੂੰ ਹੀ ਘਰ ਸਮਝ ਬੈਠਦਾ, ਧਨ ਨੂੰ ਹੀ ਜੀਵਨ ਦਾ ਲਕਸ਼ ਸਮਝ ਬੈਠਦਾ, ਪਰਿਵਾਰ ਨੂੰ ਹੀ ਜੀਵਨ ਦਾ ਲਕਸ਼ ਸਮਝ ਬੈਠਦਾ। ਜੀ ਰਿਹਾ ਪਰਿਵਾਰ ਦੀ ਖਾਤਰ, ਜੀ ਰਿਹਾ ਪ੍ਰਭਤਾ ਦੀ ਖਾਤਰ, ਜੀ ਰਿਹਾ ਪਦਾਰਥਾਂ ਦੀ ਖਾਤਰ। ਇਹ ਤੇ ਇਸ ਤਰ੍ਹਾਂ ਹੋਇਆ, ਕੋਈ ਜੀ ਰਿਹਾ ਰਸਤੇ ਦੀ ਖਾਤਰ, ਪੜਾਓ ਦੀ ਖਾਤਰ। ਅਕਲਮੰਦੀ ਤੇ ਨਾ ਹੋਈ। ਪੜਾਓ ਪੜਾਓ ਹੈ, ਰਸਤਾ ਰਸਤਾ ਹੈ, ਮਨੁੱਖ ਦੀ ਬੇਚੈਨੀ ਇਸ ਗੱਲ ਦਾ ਸਬੂਤ ਹੈ ਰਸਤੇ ਵਿੱਚ ਹੈ। ਮਨੁੱਖ ਦੀ ਚਿੰਤਾ ਇਸ ਗੱਲ ਦਾ ਸਬੂਤ ਹੈ ਰਸਤੇ ਵਿੱਚ ਹੈ। ਮਨੁੱਖ ਦੀ ਵਿਆਕੁਲਤਾ ਔਰ ਸੋਗ ਇਸ ਗੱਲ ਦਾ ਸਬੂਤ ਹੈ ਰਸਤੇ ਵਿੱਚ ਹੈ। ਘਰ ਵਿੱਚ ਤੇ ਆਨੰਦ ਵਿੱਚ ਹੈ। ਘਰ ਤੇ ਸਮਾਧੀ ਹੈ। ਤੇਰੇ ਘਰ ਆਨੰਦ ਵਧਾਈ ਤੁਧ ਘਰ। ਜੋ ਪ੍ਰਭੂ ਦਾ ਘਰ ਹੈ ਉਹੀ ਸਾਡਾ ਘਰ ਹੈ। ਉੱਥੇ ਤੇ ਨਿਤ ਦੀਆਂ ਵਧਾਈਆਂ ਨੇ, ਨਿਤ ਦਾ ਆਨੰਦ, ਨਿਤ ਦਾ ਸੋਗ, ਨਿਤ ਦੀ ਚਿੰਤਾ। ਇਹ ਰਸਤੇ ਵਿੱਚ ਹੈ। ਰਸਤੇ ਨੂੰ ਅਬੂਰ ਕਰਨਾ, ਤੈਅ ਕਰਨਾ, ਇਹ ਵਸੀਲਾ ਸਿਰਫ ਮਨੁੱਖ ਕੋਲ ਹੈ, ਹੋਰ ਨਹੀਂ ਹੈ ਕਿਸੇ ਕੋਲ। ਕਹਿੰਦੇ ਨੇ ਪਸ਼ੂ ਕੋਲ ਤਨ ਹੈ, ਵਿਕਸਤ ਮਨ ਨਹੀਂ ਹੈ। ਸੂਖਸ਼ਮ ਸਰੀਰ ਦਾ ਢਾਂਚਾ ਇਤਨਾ ਪ੍ਰਬਲ ਨਹੀਂ ਹੈ, ਮਨ ਇਤਨਾ ਪ੍ਰਬਲ ਨਹੀਂ ਹੈ, ਬੋਧ ਸ਼ਕਤੀ ਨਹੀਂ ਹੈ। ਦੇਵਤਾ ਹੈ, ਉਹਦਾ ਸੂਖਸ਼ਮ ਢਾਂਚਾ ਤੇ ਬੜਾ ਪ੍ਰਬਲ ਹੈ, ਬੜਾ ਵਿਚਾਰ ਹੈ, ਬੜੀ ਸੂਝ ਹੈ, ਬੜਾ ਗਿਆਨ ਹੈ, ਪਰ ਉਸ ਕੋਲ ਤਨ ਨਹੀਂ ਹੈ, ਉਸ ਕੋਲ ਅਸਥੂਲ ਸਰੀਰ ਨਹੀਂ ਹੈ। ਦੋਵੇਂ ਹੀ ਰੁਕੇ ਹੋਏ ਨੇ। ਪਸ਼ੂ ਵੀ ਰੁਕਿਆ ਹੋਇਆ ਹੈ, ਦੇਵਤਾ ਵੀ ਰੁਕਿਆ ਹੋਇਆ। ਇੱਕ ਕੋਲ ਤਨ ਤੇ ਹੈ, ਸ਼ਾਇਦ ਮਨੁੱਖ ਨਾਲੋਂ ਵੀ ਜ਼ਿਆਦਾ ਵਜ਼ਨੀ, ਮਨੁੱਖ ਨਾਲੋਂ ਵੀ ਜ਼ਿਆਦਾ ਤਾਕਤਵਰ। ਮਨ ਨਹੀਂ ਹੈ। ਇੱਕ ਕੋਲ ਬੜਾ ਪ੍ਰਬਲ ਮਨ ਹੈ, ਬੜਾ ਗਿਆਨ ਹੈ, ਬੜੀ ਸਮਝ ਹੈ, ਮਹਾਨ ਮਨ ਹੈ, ਪਰ ਤਨ ਨਹੀਂ ਹੈ। ਇੱਕ ਥਾਂ ਇੰਜ ਕਹਿ ਲਈਏ, ਘੋੜਾ ਤੇ ਹੈ, ਅਸਵਾਰ ਬਿਲਕੁਲ ਕਮਜ਼ੋਰ ਮਾਮੂਲੀ ਬੱਚਾ ਕਿਵੇਂ ਇਸ ਘੋੜੇ ਨੂੰ ਕਾਬੂ ਕਰੇਗਾ ਤੇ ਚਲਾਏਗਾ। ਇੱਕ ਅਸਵਾਰ ਤੇ ਬੜਾ ਪ੍ਰਬਲ ਹੈ, ਸ਼ਕਤੀਸ਼ਾਲੀ ਹੈ, ਘੋੜਾ ਹੀ ਕੋਈ ਨਹੀਂ, ਵਾਹਨ ਹੀ ਕੋਈ ਨਹੀਂ। ਦੋਵੇਂ ਰੁਕੇ ਹੋਏ ਨੇ, ਦੋਵੇਂ ਰੁਕੇ। ਇੱਕ ਥਾਂ ਤੇ ਇੱਕ ਅਸਵਾਰ ਬਹੁਤ ਕਮਜ਼ੋਰ ਹੈ, ਮਨ ਬਿਲਕੁਲ ਮਾਮੂਲੀ, ਥੋੜੀ ਜਿਹੀ ਸਮਝ ਹੈ, ਰਿਜ਼ਕ ਦੀ ਤਲਾਸ਼ ਕਰ ਲੈਣੀ ਪਸ਼ੂ ਨੂੰ। ਭਾਵੇਂ ਉਸ ਕੋਲ ਅਸਵਾਰੀ ਬੜੀ ਮਜ਼ਬੂਤ ਹੈ, ਸਰੀਰ ਬੜਾ ਸ਼ਕਤੀਸ਼ਾਲੀ ਹੋ ਸਕਦਾ ਹੈ, ਕਈ ਪਹਿਲੂਆਂ 'ਚ ਅੱਗੇ ਵੀ ਹੋ ਸਕਦਾ ਹੈ। ਜੈਸੇ ਜਿਤਨੀ ਸੁਤੰਤਰਤਾ ਦੇ ਨਾਲ ਪੰਛੀ ਉੱਡ ਲੈਂਦੇ ਨੇ, ਅਸੀਂ ਨਹੀਂ ਉੱਡ ਸਕਦੇ। ਜਿਤਨੀ ਸੁਤੰਤਰਤਾ ਦੇ ਨਾਲ ਮਛਲੀਆਂ ਤੈਰ ਲੈਂਦੀਆਂ ਨੇ, ਨਹੀਂ ਤੈਰ ਸਕਦੇ। ਜਿਤਨਾ ਤੇਜ਼ੀ ਨਾਲ ਘੋੜਾ ਦੌੜ ਲੈਂਦਾ ਹੈ ਔਰ ਜਿਤਨੀ ਦੂਰ ਤੱਕ ਦੌੜ ਸਕਦਾ ਹੈ, ਨਹੀਂ ਦੌੜ ਸਕਦਾ। ਜਿੰਨਾ ਭਾਰੀ ਭਰਕਮ ਸਰੀਰ ਹਾਥੀ ਕੋਲ ਹੈ, ਨਹੀਂ ਹੈ ਮਨੁੱਖ ਕੋਲ। ਲੇਕਿਨ ਅਸਵਾਰ ਬਹੁਤ ਕਮਜ਼ੋਰ ਹੈ, ਮਨ ਨਹੀਂ ਹੈ, ਬਹੁਤ ਛੋਟਾ ਹੈ, ਸਮਝ ਬਹੁਤ ਛੋਟੀ ਹੈ। ਦੂਸਰੇ ਪਾਸੇ ਦੇਵਤਾ ਹੈ, ਬੜਾ ਗਿਆਨ ਹੈ, ਬੜਾ ਗਿਆਨ ਹੈ, ਪੁਰਬਲੇ ਜਨਮ ਦਾ ਬੜਾ ਗਿਆਨ ਸੰਚਿਤ ਕੀਤਾ ਹੋਇਆ ਹੈ, ਬੜਾ ਸੰਗ੍ਰਹਿ ਕੀਤਾ ਹੋਇਆ ਹੈ,
बड़ी सूझ है, समझ है। इस सूझ बूझ ਨੂੰ, ਇਸ ਗਿਆਨ ਨੂੰ ਵਰਤ ਕੇ ਮੰਜ਼ਿਲੇ ਮਕਸੂਦ ਤੇ ਪਹੁੰਚ ਸਕੇ ਤਨ ਨਹੀਂ ਹੈ, ਦੋਵੇਂ ਰੁਕੇ ਗਏ। ਇਸ ਵਾਸਤੇ ਸਾਰੇ ਵਿਦਵਾਨਾਂ ਨੇ ਕਿਹਾ ਮਨੁੱਖ ਮਹਾਨ ਹੈ, ਇਹਦੇ ਕੋਲ ਤਨ ਵੀ ਹੈ, ਮਨ ਵੀ ਹੈ, ਅਸਵਾਰ ਵੀ ਹੈ, ਘੋੜਾ ਵੀ ਹੈ। ਲੇਕਿਨ ਹੁੰਦਾ ਕੀ ਹੈ, ਮਨੁੱਖ ਇਸ ਘੋੜੇ ਦੀ ਸਹੀ ਵਰਤੋਂ ਨਹੀਂ ਕਰਦਾ ਔਰ ਰਸਤੇ 'ਚ ਪੜਾਵਾਂ 'ਚ ਹੀ ਭਟਕਦਾ ਰਹਿ ਜਾਂਦਾ। ਹੁਣ ਮੈਂ ਅਰਜ਼ ਕਰਾਂ, ਧਰਮ ਜੀਵਨ ਦਾ ਲਕਸ਼ ਹੈ, ਬਾਕੀ ਸਭ ਪੜਾਓ ਨੇ। ਪੜਾਓ ਨੇ, ਪੜਾਓ ਛੋੜਨੇ ਪੈਂਦੇ ਨੇ ਘਰ ਵਾਸਤੇ। ਰਸਤੇ 'ਚ ਪੜਾਓ ਆਇਆ, ਅੱਗੇ ਚਲੇ ਗਏ, ਦੂਜਾ ਪੜਾਓ ਆਇਆ, ਉਹ ਛੋੜਿਆ, ਹੋਰ ਆਇਆ। ਪੜਾਓ ਤੇ ਛੋੜਨੇ ਪੈਂਦੇ ਨੇ। ਕਹਿੰਦੇ ਨੇ ਜਿਸ ਦਿਨ ਹਰ ਤਰ੍ਹਾਂ ਦੀ ਪਿਆਸ ਸਮਾਪਤ ਹੁੰਦੀ ਹੈ, ਪਦਾਰਥ ਦੀ ਪਿਆਸ, ਪ੍ਰਭਤਾ ਦੀ ਪਿਆਸ, ਉਸ ਦਿਨ ਪ੍ਰਭੂ ਦੀ ਪਿਆਸ ਪੈਦਾ ਹੁੰਦੀ, ਉਸ ਤੋਂ ਪਹਿਲੇ ਨਹੀਂ ਹੁੰਦੀ ਨਹੀਂ। ਬੜੀ ਪ੍ਰਬਲ ਪਿਆਸ ਹੈ ਪਰਿਵਾਰਕ ਸੰਬੰਧਾਂ ਦੀ, ਬੜੀ ਪ੍ਰਬਲ ਪਿਆਸ ਹੈ ਪ੍ਰਭਤਾ ਦੀ, ਬੜੀ ਪ੍ਰਬਲ ਪਿਆਸ ਹੈ ਪਦਾਰਥਾਂ ਦੀ। ਉਹਨੂੰ ਸਮਝ ਲੈਣਾ ਚਾਹੀਦਾ ਜੇ ਪ੍ਰਮਾਤਮਾ ਦੀ ਪਿਆਸ ਹੋਵੇ। ਸਤ ਸੰਗ ਦਾ ਲਾਭ, ਰੋਜ਼ ਰੋਜ਼ ਕਥਾ ਕੀਰਤਨ ਸੁਣਨ ਦਾ ਲਾਭ। ਅਗਰ ਸੰਸਾਰ ਦੀ ਪਿਆਸ ਘਟਦੀ ਜਾ ਰਹੀ ਹੈ ਤਾਂ ਉਮੀਦ ਕੀਤੀ ਜਾ ਸਕਦੀ ਹੈ ਨਿਰੰਕਾਰ ਦੀ ਪਿਆਸ ਪੈਦਾ ਹੋ ਜਾਏਗੀ। ਅਗਰ ਪਦਾਰਥਾਂ ਦੀ ਪ੍ਰਭਤਾ ਦੀ ਪਿਆਸ ਮਿਟਦੀ ਜਾ ਰਹੀ ਹੈ, ਘਟਦੀ ਜਾ ਰਹੀ ਹੈ, ਤਾਂ ਪ੍ਰਭੂ ਦੀ ਪਿਆਸ, ਪਰਮਾਤਮਾ ਦੀ ਪਿਆਸ ਪੈਦਾ ਹੋ ਸਕੇ। ਜਿਸ ਵੀ ਮਨੁੱਖ ਦੇ ਅੰਦਰ ਨਾ ਪੈਦਾ ਹੋਈ ਹੋਵੇ ਇਹ ਪਿਆਸ, ਉਹਨੂੰ ਸਮਝ ਲੈਣਾ ਚਾਹੀਦਾ ਅਜੇ ਪਦਾਰਥਾਂ ਦੀ ਪਿਆਸ ਬੜੀ ਪ੍ਰਬਲ ਹੈ ਤੇ ਪਦਾਰਥਾਂ ਦੀ ਖਾਤਰ ਪਰਮਾਤਮਾ ਨੂੰ ਛੋੜਿਆ ਜਾ ਸਕਦਾ। ਧਨ ਦੀ ਖਾਤਰ ਧਰਮ ਛੋੜਿਆ ਜਾ ਸਕਦਾ, ਪਰਿਵਾਰ ਦੀ ਖਾਤਰ ਕਰਤਾਰ ਛੋੜਿਆ ਜਾ ਸਕਦਾ, ਪ੍ਰਭਤਾ ਦੀ ਖਾਤਰ ਪ੍ਰਭੂ ਨੂੰ ਛੋੜਿਆ ਜਾ ਸਕਦਾ। ਔਰ ਛੋੜ ਦਿੰਦੇ ਨੇ ਲੋਕ ਜੋ ਪ੍ਰਭਤਾ ਨੂੰ ਜ਼ਿਆਦਾ ਅਹਿਮੀਅਤ ਦਿੰਦੇ ਨੇ, ਪ੍ਰਭੂ ਨੂੰ ਨਹੀਂ। ਜੋ ਪਦਾਰਥਾਂ ਨੂੰ ਜ਼ਿਆਦਾ ਅਹਿਮੀਅਤ ਦਿੰਦੇ ਨੇ, ਪਰਮਾਤਮਾ ਨੂੰ ਨਹੀਂ। ਇਸ ਤਰ੍ਹਾਂ ਹੁਣ ਆਪਣਾ ਮਨ ਤੋਲਣਾ, ਪਰਮਾਤਮਾ ਨਾਲੋਂ ਪਦਾਰਥਾਂ ਦੀ ਅਹਿਮੀਅਤ ਜ਼ਿਆਦਾ ਹੈ ਤਾਂ ਫਿਰ ਪਰਮਾਤਮਾ ਕੁਝ ਵੀ ਨਹੀਂ ਹੈ, ਕੁਝ ਵੀ ਨਹੀਂ। ਪ੍ਰਭੂ ਨਾਲੋਂ ਪ੍ਰਭਤਾ ਦੀ ਪਿਆਸ ਬੜੀ ਪ੍ਰਬਲ ਹੈ ਤਾਂ ਸਮਝ ਲੈਣਾ ਅਜੇ ਹਨੂਜ਼ ਦਿੱਲੀ ਦੂਰ ਅਸਤ, ਅਜੇ ਪਰਮਾਤਮਾ ਦੀ ਪਿਆਸ ਦੀ ਗੱਲ ਬੜੀ ਦੂਰ ਹੈ। ਫਿਰ ਕਹਿੰਦੇ ਨੇ ਪਰਮਾਤਮਾ ਦੀ ਪਿਆਸ ਇੱਕ ਐਸੀ ਪਿਆਸ ਹੈ, ਹਿਰਦਾ ਹਰ ਤਰ੍ਹਾਂ ਦੀ ਪਿਆਸ ਤੋਂ ਜਿਤਨੇ ਤੱਕ ਖਾਲੀ ਨਾ ਹੋਵੇ ਇਹ ਪੈਦਾ ਹੀ ਨਹੀਂ ਆਉਂਦੀ, ਵੀ ਪੈਦਾ ਹੀ ਨਹੀਂ ਆਉਂਦੀ। ਤਾਂ ਹੁਣ ਇਸ ਤਰ੍ਹਾਂ ਫੈਸਲਾ ਕਰ ਲੈਣਾ ਚਾਹੀਦਾ ਹੈ ਜਿਸ ਕਿਸੇ ਦੇ ਅੰਦਰ ਵੀ ਨਾ ਹੋਵੇ, ਕਿਉਂਕਿ ਹਰ ਮਨੁੱਖ ਆਪਣਾ ਹਿਰਦਾ ਪੜ੍ਹ ਸਕਦਾ। ਮੈਂ ਆਪਣਾ ਪੜ੍ਹ ਸਕਦਾ, ਤੁਸੀਂ ਆਪਣਾ ਪੜ੍ਹ ਸਕਦੇ, ਕੋਈ ਕਿਸੇ ਦਾ ਹਿਰਦਾ ਨਹੀਂ ਪੜ੍ਹ ਸਕਦਾ। ਨਹੀਂ ਹੈ ਪਿਆਸ ਤਾਂ ਅਜੇ ਪ੍ਰਭਤਾ ਦੀ ਪਿਆਸ ਬੜੀ ਪ੍ਰਬਲ ਹੋਵੇਗੀ, ਪਦਾਰਥਾਂ ਦੀ ਪਿਆਸ ਬੜੀ ਪ੍ਰਬਲ ਹੋਵੇਗੀ। ਕਦਮ ਕਦਮ ਤੇ ਦੇਖਦੇ ਹਾਂ ਮਨੁੱਖ ਪਰਿਵਾਰ ਦੀ ਖਾਤਰ ਨਿਰੰਕਾਰ ਛੋੜ ਰਿਹਾ ਹੈ, ਦੁਨੀਆ ਦੀ ਖਾਤਰ ਦੀਨ ਛੋੜ ਰਿਹਾ ਹੈ। ਦੁਨੀਆ ਇਤਨੀ ਯਾਦ ਦੇ ਚੈ ਦੀਨ ਤੇ ਭੁੱਲ ਹੀ ਗਿਆ। ਦੀਨ ਬਿਸਾਰਿਓ ਰੇ دیਵਾਨੇ, ਦੀਨ ਬਿਸਾਰਿਓ ਰੇ ਭਗਤ ਕਬੀਰ। ਭੁੱਲ ਗਿਆ ਤੂੰ ਦੀਨ ਨੂੰ, ਕਿਉਂ? ਯਾਦਾਂ ਦੇ ਵਿੱਚ ਦੁਨੀਆ ਛਾ ਗਈ ਹੈ।
ਭੁੱਲ ਗਿਆ ਤੂੰ ਪ੍ਰਭੂ ਨੂੰ, ਕਾਰਨ ਸਿਮਰਤੀ ਦੇ ਤੇ ਪ੍ਰਭਤਾ ਛਾ ਗਈ ਹੈ। ਭੁੱਲ ਗਿਆ ਤੂੰ ਪਰਮਾਤਮਾ ਨੂੰ, ਯਾਦਾਂ ਦੇ ਪਦਾਰਥ ਛਾਏ ਹੋਏ ਨੇ। ਮੈਂ ਫਿਰ ਅਰਜ਼ ਕਰਾਂ, ਰਸਤੇ ਦੇ ਪੜਾਅ ਨੇ, ਆਉਣਗੇ, ਇਹਨਾਂ ਦੀ ਲੋੜ ਹੈ, ਪੜਾਅ ਤੇ ਆਉਣਗੇ। ਪਰ ਉਦੋਂ ਭਰਮ ਭ੍ਰਾਂਤੀ ਪੈਦਾ ਹੋ ਜਾਂਦੀ ਹੈ ਜਦ ਕੋਈ ਪੜਾਅ ਨੂੰ ਘਰ ਸਮਝ ਬੈਠਦਾ ਹੈ, ਬਸ ਇਹੀ ਠੀਕ ਹੈ। ਤੋ ਪਦਾਰਥ ਤੇ ਮਿਲ ਜਾਣਗੇ, ਸਕੂਨ ਨਹੀਂ ਮਿਲੇਗਾ। ਪ੍ਰਭਤਾ ਤੇ ਮਿਲ ਜਾਏਗੀ, ਆਰਾਮ ਨਹੀਂ ਮਿਲੇਗਾ। ਧਨ ਸੰਪਦਾ ਤੇ ਮਿਲ ਜਾਏਗੀ, ਬੇਚੈਨੀਆਂ ਤੇ ਪਰੇਸ਼ਾਨੀਆਂ ਨਹੀਂ ਮਿਟਣਗੀਆਂ, ਨਹੀਂ ਮਿਟਣਗੀਆਂ। और दूसरा भी सुन लो, जितनी धन संपदा प्रभता बढ़ती गई उतना ही मूर्ख होता जाएगा, उतना ही मूड होता जाएगा, क्योंकि उतना ही परमात्मा नूं भुलदा जाएगा और उतना ही उसके जाल विच फसदा जाएगा। तखत ते बैठा, राज महलां विच बैठा होया भी जनक परमात्मा की प्यास दे जीवंदा है। इस वास्ते भाई गुरदास नूं कहना पिया, ये बहुत वड्डा भगत है, भगत वड्डा राजा जनक है, गुरमुख माया विच उदासी। प्यास परमात्मा की है, बैठा ते परिवार दे च है, महलां दे च है, प्रभुता कोल है, प्यास प्रभु दी है, पदार्थां की कोई कमी नहीं, प्यास परमात्मा की है। दूजे पासे कबीर ने, रविदास ने पदार्थ ते कुछ भी नहीं, पर प्यास परमात्मा की है, कुछ भी नहीं है। उपजीविका चलाने वास्ते पूरा धन भी नहीं है, प्यास ते धर्म की है। पिंड दे चौधरी भी नहीं ने, प्यास ते प्रभु दी है। इस तो पता चलता है हिरदे खाली हो गए ने, ताई ये परमात्मा की प्यास पैदा हुई है। और इस प्यास दे पैदा होंदे होर कोई प्यास रह नहीं जाती, रहिंदी नहीं। ये भी महस कर ये प्यास पैदा होंदे फिर प्रभु तो बिना जीवना औखा हो जाता। धन गुरु रामदास जी महाराज ने इसका इंज जिक्र किया है, अंतर प्यास उठी प्रभ केरी, सुन गुरु बचन मन तीर लगैया। ये प्यास पैदा किस तरह हो गई, किवें हो गई, बाकियां दे अंदर क्यों नहीं हुई, कारण की है। सुन गुरु बचन मन तीर लगैया। गुरु दा बोल की सुनिया, तीर दी तरह लगे, ये तीर दी तरह लगे, विन गया, बड़ा गहराई नाल सुनिया होवेगा। एक मन होके सुनिया होवेगा, पूरी एकाग्रता नाल सुनिया होवेगा, ताई तीर दी तरह लगे। नहीं तो रोज़ मिलते ने, असी जी 10 पाठ कीते ने जपजी साहब दे, गुस्ताखी माफ, मैनू कहना पैंदा, चेहरा ते तेरा दसदा पिया, तो एक पौड़ी भी नहीं पढ़ी, छाप ही तेरे चेहरे की दसदी भी कुछ भी नहीं है, कुछ भी नहीं पढ़े होणगे 10 पाठ। असी जी पूरा सुखमनी साहब रोज़ पढ़ते हैं, एक पंक्ति की झलक भी नहीं मिलती तेरी जिंदगी दे चों। गहराई नाल सुनिया होवेगा, अंतस प्यास उठी प्रभ केरी, सुन गुर बचन मन तीर लगैया। मन की बिरथा मन ही जाने, अवर के जाने को पीर परैया। सरीरक पीड़ नूं, सरीरक दर्द नूं सारे जानते हैं। किसी का कन दुखिया नूं पता है दर्द की होंदी, किसी का दंद दुखिया नूं पता होंदा है की होंदी।
ਸਰੀਰ ਦਾ ਕੋਈ ਅੰਗ ਦੁਖੇ ਹੈ ਜਾਂ ਬਹੁਤ ਸਾਰੇ ਅੰਗ ਦੁਖੇ ਨੇ, ਉਸ ਦਰਦ ਦਾ ਮਨੁੱਖ ਨੂੰ ਪਤਾ ਹੁੰਦਾ। ਅਸਾਧ ਰੋਗਾਂ ਦੇ ਦਰਦ ਦਾ, ਪੀੜਾ ਦਾ ਮਨੁੱਖ ਨੂੰ ਪਤਾ ਹੁੰਦਾ। ਤਨ ਨੂੰ ਕੋਈ ਚੋਟ ਲੱਗ ਜਾਏ, ਗਹਿਰੀ ਸੱਟ ਲੱਗ ਜਾਏ ਅਚਾਨਕ, ਇਸ ਦਰਦ ਦਾ ਵੀ ਮਨੁੱਖ ਨੂੰ ਪਤਾ ਹੋਵੇ। ਸ਼ਬਦ ਦਾ ਤੀਰ ਮਨ ਨੂੰ ਲਗੇ ਤਾਂ ਪੀੜ ਪੈਦਾ ਹੋਵੇਗੀ। ਇਹ ਮਾਨਸਿਕ ਪੀੜ ਹੈ, ਇਹ ਤੀਰ ਮਨ ਨੂੰ ਲੱਗਦਾ ਹੈ, ਸੂਖਸ਼ਮ ਸਰੀਰ ਨੂੰ ਲੱਗਦਾ ਹੈ, ਤਨ ਨੂੰ ਨਹੀਂ। ਸੁਣ ਕੇ ਮਨ ਨੂੰ ਲੱਗਦਾ, ਸੁਣ ਗੁਰ ਬਚਨ ਮਨ ਤੀਰ ਲਗਈਆ, मन की बिरथा मन ही जाने अवर के जाने को पीर परैया। तो ये तीर पीड़ ते पैदा करेगा। हुण होर भी सुन लो, दुनिया दे इतनी भयंकर पीड़ा होर कोई भी नहीं आती, जब शब्द का तीर लगता है तो पीड़ पैदा होती है। भगत शिखर की पीड़ा चो लंघदे ने, बहुत भयंकर पीड़ा चो लंघदे ने। और इसका गुरबाणी दे बहुत वड्डा जिक्र है, और भाई गुरदास ने बहुत वड्डा निखेड़ा किया है। भाई गुरदास जी भी कहते इस पीड़ा वर्गी होर कोई पीड़ा नहीं है। अक्सर जद ये तीर आ रहा होंदा है, असी मन एक पासे कर लेंदे, ना ही लगे। निशाना ते मन है, शब्द तीर है, निशाना साडा मन है। इनू एक पासे कर लेना, तीर चलते ही रह जाते हैं। एक एक पंक्ति एक तीर है, एक एक बोल वाहिगुरु वाहिगुरु एक तीर है। लगदा नहीं, क्यों? मन ही ते निशाना इनू एक पासे कर लेंदे, लंघ जाता तीर, नहीं लगता। अगर लगे तो पीड़ पैदा होगी। इस वास्ते भगत कबीर ते रविदास ते कहने लागी होए सो जाने पीर, राम भगत अणयाले तीर। बहुत गहरा तीर ते बड़ी पीड़ पैदा करता है। दुखिया दर्द घने वेदन जाने तू धनी। संस्कृत दा वेदन शब्द बड़ा कमाल दा है। इहदे दो अर्थ ने, इक्को ही समय दो अर्थ ने, इक्को ही समय दो अर्थ करने ही पैंदे ने। एक अर्थ नाल उस शब्द दा अनर्थ हो जाता है। वेदन पीड़ा, वेदन ज्ञान। हद हो गई। इक्को ही समय इसके दो अर्थ क्यों करिए? अगे पिछे कुछ भी नहीं पता होंदा मूँह दे किन्ने क दंद ने। जिस दिन कदी कद दंद दुखदा है तो सारा ध्यान सारा ज्ञान उस दंद ते ही रुके होंदा, जिवें मैं दंद ही हाँ और कुछ भी नहीं। वेदन ज्ञान पीड़ा दा हुंदा है, और जिथे पीड़ा हुंदा है ध्यान उत्थे हुंदा है। ध्यान ते ज्ञान कट्ठे रहिंदे ने। जिस विच मेरा गहरा ध्यान नहीं, उसका मैनू फिर ज्ञान भी नहीं है। जिस विच गहरा ध्यान होवेगा उसे दा ही ज्ञान होवेगा। ते गहरा ध्यान पीड़ा करके हुंदा है, मुझे नहीं आता। अगे पिछे ते पता भी नहीं चलता मेरा सिर है भी सही कि नहीं, पर किसी दिन जब सिर दुखदा है, भयंकर पीड़ा होंदी है, सारा ध्यान मत्थे च आउंदा है, सारा ज्ञान मत्थे च आउंदा है, जिवें मैं मत्था ही हाँ और कुछ भी नहीं। वेदन पीड़ा, वेदन ज्ञान। एक औषधि है भारत दे आयुर्वेद कंपनी ने बनाई है। उस औषधि का उस दवाई का नाम रखा है वेदना निग्रह रस। वेदना नू खत्म करने वाला रस, वेदना नू खत्म करने वाली औषधि।
वेदना पीड़ा, वेदन दर्द, वेदना पीड़ा बहुवचन, वेदना, वेदन एक वचन, वेदन पीड़ा, वेदन ज्ञान। ਅੱਗੇ ਪਿੱਛੇ ਤੇ ਮਨੁੱਖ ਨੂੰ ਪਤਾ ਹੀ ਨਹੀਂ ਚੱਲਦਾ। ਬੰਦੇ ਦੇ ਗੋਡੇ ਹਨ ਵੀ ਨਹੀਂ, ਹਨ ਵੀ ਸਹੀ ਕਿ ਨਹੀਂ, ਪਰ ਜਿੰਨ ਦੁਖਣੇ ਆ ਜਾਂਦੇ ਨੇ ਉਹ ਦਿਨ ਪਤਾ ਚੱਲਦਾ ਜਿਵੇਂ ਬਸ ਮੈਂ ਗੋਡੇ ਹੀ ਹਾਂ, ਹੋਰ ਕੁਝ ਹੈ ਹੀ ਨਹੀਂ। ਸਾਰਾ ਧਿਆਨ ਉੱਥੇ, ਸਾਰਾ ਗਿਆਨ ਉੱਥੇ। ਅੱਗੇ ਪਿੱਛੇ ਨਹੀਂ ਪਤਾ ਚੱਲਦਾ। ਅੱਖਾਂ ਹਨ ਵੀ ਸਹੀ ਕਿ ਨਹੀਂ, ਪਰ ਜਿਸ ਦਿਨ ਕਦੀ ਦੁਖਣੇ ਆ ਜਾਂਦੀਆਂ ਸਾਰਾ ਧਿਆਨ ਫਿਰ ਅੱਖਾਂ ਦੇ 'ਚ, ਸਾਰਾ ਗਿਆਨ ਅੱਖਾਂ ਦੇ 'ਚ। ਧਿਆਨ ਤੇ ਗਿਆਨ ਦੋਵੇਂ ਇਕੱਠੇ ਰਹਿੰਦੇ ਨੇ ਤੇ ਧਿਆਨ ਅਧਿਕ ਪੀੜਾ ਦੇ 'ਚ ਆਉਂਦਾ, ਪੀੜਾ ਖਿੱਚਦੀ ਹੈ, ਪੀੜਾ ਧਿਆਨ ਨੂੰ ਖਿੱਚ ਲੈਂਦੀ ਹੈ। ਆਪ ਸਾਰੇ ਸਿਆਣੇ ਬੈਠੇ ਹੋਗੇ, ਜ਼ਰੂਰ ਗੱਲ ਪਕੜਦੇ 'ਚ ਆਵੇਗੀ, ਹੋਰ ਤੇ ਮੈਨੂੰ ਕੋਈ ਲਫ਼ਜ਼ ਲੱਭਦੇ ਨਹੀਂ ਪਏ। ਪੀੜਾ ਧਿਆਨ ਨੂੰ ਖਿੱਚੇਗੀ। ਮਨੁੱਖ ਦਾ ਸਾਰਾ ਧਿਆਨ ਉੱਥੇ ਕੇਂਦਰਿਤ ਹੋ ਜਾਏਗਾ ਜਿੱਥੇ ਦਰਦ ਹੈ, ਜਿੱਥੇ ਪੀੜਾ ਹੈ। ਤੇ ਜਦ ਸਾਰਾ ਧਿਆਨ ਉੱਥੇ ਹੀ ਕੇਂਦਰਿਤ ਹੋ ਗਿਆ ਤਾਂ ਫਿਰ ਗਿਆਨ ਵੀ ਹੋਵੇਗਾ। ਸੰਸਕ੍ਰਿਤ ਭਾਸ਼ਾ ਇੱਕ ਐਸੀ ਭਾਸ਼ਾ ਹੈ ਵੀ ਇੱਕ ਸ਼ਬਦ ਦੇ 'ਚ ਹੀ ਦੋ ਅਰਥ ਬਿਆਨ ਹੋ ਜਾਣ। ਦੋ ਸ਼ਬਦਾਂ ਦੀ ਲੋੜ ਨਹੀਂ, ਇੱਕੋ। ਇਸ ਤਰ੍ਹਾਂ ਦੀ ਕਲਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬੜੀ ਵਰਤੀ ਹੈ, ਜਾਪ ਸਾਹਿਬ ਦੇ 'ਚ ਵੀ ਤੇ ਬਾਕੀ ਸ਼ਬਦਾਂ ਦੇ 'ਚ ਵੀ। ਇਸ ਤਰ੍ਹਾਂ ਦਾ ਇੱਕ ਪਦਾ ਮੈਂ ਤੁਹਾਡੇ ਸਾਹਮਣੇ ਰੱਖਾਂ, ਜੈਦੇਵ ਦਾ। ਕਿਉਂਕਿ ਸੰਸਕ੍ਰਿਤ ਦਾ ਮਹਾਨ ਪੰਡਿਤ ਸੀ, ਜ਼ਾਤ ਤੋਂ ਬ੍ਰਾਹਮਣ ਸੀ ਜੈਦੇਵ। ਬੜਾ ਕੀਮਤੀ ਪਦਾ ਹੈ। ਦਰਬਾਰ ਸਾਹਿਬ ਦੇ 'ਚ ਜਿਹਨੂੰ ਅਖੰਡ ਪਾਠੀ ਰੱਖਣਾ ਹੋਵੇ ਕਹਿੰਦੇ ਨੇ ਪਦਾ ਪਹਿਲੇ ਸੁਣਾ, ਉਂਝ ਨਹੀਂ ਰੱਖਦੇ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਗਿਆਨੀ ਚੇਤ ਸਿੰਘ ਕਹਿੰਦੇ ਹੁੰਦੇ ਸਨ, ਪੜ੍ਹ ਕੇ ਸੁਣਾ। ਉਹ ਇਮਤਿਹਾਨ ਲੈਂਦੇ ਹੁੰਦੇ ਸਨ। ਸੰਸਕ੍ਰਿਤੀ ਸ਼ਲੋਕ ਪੜ੍ਹ ਕੇ ਸੁਣਾ, ਪੱਠਾਂ ਦੇ ਸਵਈਏ ਪੜ੍ਹ ਕੇ ਸੁਣਾ। ਨਹੀਂ ਸੁਣਾ ਸਕਦਾ, ਨਹੀਂ ਤੂੰ ਪਾਠੀ ਨਹੀਂ, ਤੂੰ ਪਾਠ ਨਹੀਂ ਕਰ ਸਕਦਾ। ਪਰਮਾਦ ਪੁਰਖ ਮਨੋ ਪਿਮੰਗ ਸਤਿ ਆਦਿ ਭਾਵ ਰਤਨ, ਪਰ ਮਦ ਭੁਤਨ ਪ੍ਰਤਕ੍ਰਿਤ ਪਰੰਤ ਜਦ ਤਿੰਤ ਸਰਬ ਗਤਨ, ਕੇਵਲ ਰਾਮ ਨਾਮ ਮਨੋਰਮੰ ਬਦ ਅੰਮ੍ਰਿਤ ਤਤਮਯੰ। ਪਰਮ ਆਦ ਦੋ ਸ਼ਬਦ ਨੇ। ਪਰਮ ਆਦ, ਇਹਦੇ ਚੋਂ ਐੜਾ ਕੱਢ ਦਿੱਤਾ ਹੈ, ਪ੍ਰਮਾਦ ਇੱਕੋ ਹੀ ਸ਼ਬਦ, ਅਰਥ ਦੋ ਕਰ ਦਿੱਤੇ। ਇਹ ਸੰਸਕ੍ਰਿਤ ਦੇ ਜਿਸ ਤਰ੍ਹਾਂ ਹੈ। ਮਨੋ ਉਪਮੰਗ, ਮਨ ਦੀ ਉਪਮਾ ਤੋਂ ਰਹਿਤ, ਮਨ ਉਸ ਨੂੰ ਪੂਰਾ ਸਮਝ ਨਹੀਂ ਸਕਦਾ, ਇਸ ਵਾਸਤੇ ਮਨ ਉਸ ਦੀ ਪੂਰੀ ਉਪਮਾ ਨਹੀਂ ਕਰ ਸਕਦਾ। ਮਨੋ ਉਪਮੰਗ, ਇਹਦੇ ਚੋਂ ਵੀ ਐੜਾ ਕੱਢ ਦਿੱਤਾ, ਟਿੱਪੀ ਕੱਢ ਦਿੱਤੀ, ਮਨੋ ਉਪਮੰਗ ਇੱਕੋ ਹੀ ਸ਼ਬਦ, ਅਰਥ ਦੋ। ਪਰਮਾਦ ਪੁਰਖ ਮਨੋ ਪਿਮੰਗ ਸਤਿ ਆਦਿ ਭਾਵ ਰਤਨ, ਪਰਮਦ ਪਰਮ ਅਦਭੂਤ ਦੋ ਸ਼ਬਦ ਨੇ। ਮਹਾਨ ਆਸ਼ਚਰਜ, ਆਸ਼ਚਰਜ ਕਿਸ ਨੂੰ ਕਹਿੰਦੇ ਨੇ? ਵੇਖੀਏ ਤੇ ਪੂਰਾ ਵੇਖ ਨਾ ਸਕੀਏ ਆਸ਼ਚਰਜ, ਸੁਣੀਏ ਤੇ ਪੂਰਾ ਸੁਣ ਨਾ ਸਕੀਏ ਆਸ਼ਚਰਜ, ਸਮਝੀਏ ਤੇ ਪੂਰਾ ਸਮਝ ਨਾ ਸਕੀਏ ਆਸ਼ਚਰਜ, ਕਥਨ ਕਰੀਏ ਤੇ ਪੂਰਾ ਕਥਨ ਨਾ ਕਰ ਸਕੀਏ ਆਸ਼ਚਰਜ। ਬਿਸਮਾਦ ਆਸ਼ਚਰਜ, ਉਰਦੂ ਚ ਕਹਿੰਦੇ ਨੇ ਹੈਰਾਨ ਕੁਨ, ਬਈ ਹੈਰਾਨ ਹੋ ਗਏ, ਹੈਰਾਨ ਕੁਨ ਅਵਸਥਾ ਬਣ ਗਈ। ਇਹਨੂੰ ਸੰਸਕ੍ਰਿਤ ਦੇ ਚ ਕਹਿੰਦੇ ਨੇ ਪਰਮ ਅਦਭੁਤ। ਦੋ ਸ਼ਬਦਾਂ ਨੂੰ ਇੱਕ ਸ਼ਬਦ ਦੇ ਚ ਬਿਆਨ ਕਰ ਦਿੱਤਾ ਹੈ, ਦੋ ਅਰਥ ਇੱਕੋ ਹੀ ਸ਼ਬਦ ਦੇ, ਪਰਮ ਅਦਭੁਤੰ। ਇਸ ਤਰ੍ਹਾਂ ਵੇਦਨਾ ਗਿਆਨ, ਵੇਦਨਾ ਪੀੜਾ, ਦਰਦ,
ਧਿਆਨ ਕਿੱਥੇ ਆਉਂਦਾ ਹੈ? ਜਿੱਥੇ ਪੀੜਾ ਹੋਵੇ। ਤੇ ਗਿਆਨ ਕਿਸ ਦਾ ਹੁੰਦਾ ਹੈ? ਪੀੜਾ ਦਾ। ਪੀੜਾ ਦਾ। ਬੜੀ ਰੋਚਕਤਾ ਦੇ ਨਾਲ, ਬੜੇ ਵਿਸਤਾਰ ਪੂਰਵਕ ਲੋਕੀ ਆਪਣੇ ਦੁੱਖਾਂ ਨੂੰ ਸੁਣਾਉਂਦੇ। ਆਪ ਸੁਣ ਕੇ ਹੈਰਾਨ ਹੋਵੋਗੇ। ਇੱਕ ਵਿਸ਼ੇ ਦਾ ਹਰ ਮਨੁੱਖ ਬੜਾ ਸੋਹਣਾ ਵਕਤ ਹੈ ਕਿ ਦੁੱਖ ਕਿਸੇ ਕੋਲ ਵੀ ਸੁਣ ਲਓ, ਉਹਦੇ ਦੁੱਖ ਬੜੇ ਸੋਹਣੇ ਢੰਗ ਨਾਲ ਸੁਣਾਏਗਾ। ਬੜੇ ਸੋਹਣੇ। ਹਰ ਮਨੁੱਖ, ਇਸਤਰੀ ਪੁਰਸ਼, ਦੁੱਖਾਂ ਦਾ ਬਹੁਤ ਵਧੀਆ ਵਕਤ ਹੈ। ਸੁੱਖ ਦਾ ਤਾਂ ਕੁਝ ਪਤਾ ਹੀ ਕੋਈ ਨਹੀਂ। ਜਿਹਨੂੰ ਸੁੱਖ ਸਮਝਦਾ ਉਹ ਹੈ ਹੀ ਨਹੀਂ। ਹਰ ਸੁੱਖ ਦੁੱਖ ਦੇ 'ਚ ਬਦਲ ਜਾਂਦਾ ਹੈ। ਇਸ ਵਾਸਤੇ ਦੁੱਖ ਦੇ ਵਕਤੇ ਤੇ ਸਾਰੇ ਹੀ ਨੇ। ਕਿਸੇ ਕੋਲ ਬੈਠੋ, ਜਰਾ ਢੰਗ ਨਾਲ ਬੈਠੋ ਤੇ ਰਿਸ਼ਤਾ ਢੰਗ ਦਾ ਜੁੜ ਜਾਏ, ਉਹ ਆਪਣੇ ਦੁੱਖ ਹੀ ਸੁਣਾਏਗਾ। ਸਤਿਗੁਰ ਕਹਿੰਦੇ ਨੇ, ਕਿਸ ਪੇ ਖੋਲੋ ਗੰਠੜੀ ਦੁਖੀ ਪਰ ਆਇਆ। ਮੈਂ ਵੀ ਆਪਣੀ ਦੁੱਖਾਂ ਦੀ ਪੰਡ ਕਿਸੇ ਦੇ ਅੱਗੋਂ ਖੋਲਣਾ ਚਾਹੁੰਦਾ। ਤੇ ਹਰ ਬੰਦੇ ਕੋਲ ਹੈ ਕਿ ਦੁੱਖਾਂ ਦੀ ਪੰਡ ਤੋਂ ਇਲਾਵਾ ਹੋਰ ਹੈ ਕਿ? ਕੁਝ ਵੀ ਨਹੀਂ ਹੈ। ਕੁਝ ਵੀ ਨਹੀਂ ਹੈ। ਇਹ ਵੀ ਮਹਿਸੂਸ ਕਰਦੇ। ਹਰ ਮਨੁੱਖ ਕੋਲ ਦੁੱਖਾਂ ਦੀ ਪੰਡ ਤੋਂ ਇਲਾਵਾ ਕੁਝ ਵੀ ਨਹੀਂ ਹੈ। ਸਿਆਣਾ ਮਨੁੱਖ ਕਤਈ ਦੁੱਖਾਂ ਦੀ ਪੰਡ ਕਿਸੇ ਦੇ ਅੱਗੋਂ ਨਹੀਂ ਖੋਲਦਾ। ਪਤਾ ਹੈ ਕਿਉਂ? ਉਹਨੂੰ ਪਤਾ ਹੈ ਮੈਂ ਖੋਲਿਆ ਤੇ ਅਜੇ ਮੈਂ ਆਪਣਾ ਇੱਕ ਦੁੱਖ ਸੁਣਾਵਾਂਗਾ, ਉਹਨੇ ਸੈਂਕੜੇ ਦੁੱਖ ਸੁਣਾਣੇ ਨੇ। ਚੁੱਪ ਹੀ ਨਹੀਂ ਕਰਨਾ। ਤੂੰ ਕੀ ਆਪਣਾ ਇੱਕ ਦੁੱਖ ਸੁਣਾਣਾ, ਉਹਦੇ ਸੈਂਕੜੇ ਸੁਣਨੇ ਪੈਣਗੇ। ਉਹ ਮੇਰੀ ਪੰਡ ਹੋਰ ਭਾਰੀ ਕਰ ਦੇਗਾ। ਇੱਕ ਤੇ ਮੇਰੀ ਆਪਣੇ ਦੁੱਖਾਂ ਦੀ ਪੰਡ ਇੱਕ ਹੋਰ ਸੁਣਾ ਕੇ ਭਾਰੀ ਕਰ ਦੇਗਾ। ਸਿਆਣਾ ਮਨੁੱਖ ਆਪਣੇ ਦੁੱਖਾਂ ਦੀ ਪੋਟਲੀ ਕਿਸੇ ਦੇ ਅੱਗੋਂ ਨਹੀਂ ਖੋਲਦਾ। ਤੁਸੀਂ ਖੋਲ ਕੇ ਦੇਖਣਾ। ਇੱਕ ਦੁੱਖ ਆਪਣਾ ਸੁਣਾਓ, ਹੁਣ ਬਾਕੀ ਉਹਦੇ ਸੁਣੋ। ਉਹ ਚੁੱਪ ਹੀ ਨਹੀਂ ਕਰੇਗਾ। ਕਿਸ ਪੇ ਖੋਲੋ ਗੰਠੜੀ ਦੁਖੀ ਭਰਾ ਆਇਆ। ਮੈਂ ਆਪਣੇ ਦੁੱਖਾਂ ਦੀ ਪੰਡ ਕਿਹਦੇ ਅੱਗੋਂ ਖੋਲਾ? ਅਗਲਾ ਪਹਿਲੇ ਹੀ ਖੋਲ ਕੇ ਰੱਖ ਦਿੰਦਾ। ਸਿਆਣੇ ਮਨੁੱਖ ਨਹੀਂ ਸੁਣਾਉਂਦੇ। ਇਹ ਗੱਲ ਵੱਖਰੀ ਹੈ। ਸਿਆਣੇ ਮਨੁੱਖਾਂ ਕੋਲ ਦੁੱਖਾਂ ਦੀ ਪੰਡ ਭਾਰੀ ਬਹੁਤ ਜ਼ਿਆਦਾ ਹੁੰਦੀ ਹੈ। ਸਿਆਣੇ ਨੂੰ ਦੁੱਖ ਜ਼ਿਆਦਾ ਮਹਿਸੂਸ ਹੁੰਦਾ, ਛੋਟਾ ਵੀ ਵੱਡਾ ਮਹਿਸੂਸ ਹੁੰਦਾ ਹੈ। ਕਾਰਨ ਸੁਚੇਤ ਹੈ, ਸਿਆਣਾ ਹੈ। ਦੁੱਖ ਨਾ ਮਹਿਸੂਸ ਹੋਵੇ, ਪੀੜਾ ਨਾ ਮਹਿਸੂਸ ਹੋਵੇ, ਜਗ੍ਹਾ ਨੂੰ ਡਾਕਟਰ ਸੁੰਨ ਕਰ ਦਿੰਦਾ ਆਪਰੇਸ਼ਨ ਕਰਨ ਲੱਗੇ। ਇਸ ਵਾਸਤੇ ਕੁਝ ਜਾਨਵਰ ਨੇ, ਕੁਝ ਪਸ਼ੂ ਨੇ ਇਤਨੀ ਪੀੜਾ ਨਹੀਂ ਮਹਿਸੂਸ ਕਰਦੇ ਜਿਤਨਾ ਮਨੁੱਖ ਕਰਦਾ। ਇਹ ਵੀ ਮਹਿਸੂਸ ਕੀਤਾ। ਇਸ ਵਾਸਤੇ ਕੁਝ ਵਿਦਵਾਨਾਂ ਨੇ, ਜੀਵ ਸ਼ਾਸਤਰੀਆਂ ਨੇ ਐਸਾ ਵੀ ਕਹਿ ਦਿੱਤਾ ਹੈ, ਐਸੇ ਵੀ ਜੀਵ ਨੇ ਪੀੜਾ ਮਹਿਸੂਸ ਕਰ ਸਕਣ ਇਤਨੀ ਸਮਰੱਥਾ ਹੀ ਨਹੀਂ ਹੈ। ਜੀਵ ਤੇ ਦਾਣਿਆਂ ਵਿੱਚ ਵੀ ਹੈ। ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋ। ਅਚੇਤ ਨੇ, ਪੀੜਾ ਮਹਿਸੂਸ ਨਹੀਂ ਕਰ ਸਕਦੇ। ਘਾਸ ਦੇ ਵਿੱਚ ਵੀ ਜੀਵ ਹੈ, ਬੜਾ ਪ੍ਰਬਲ ਹੈ। ਇਹ ਗੱਲ ਵੱਖਰੀ ਹੈ। ਹਿਰਦਾ ਕੋਮਲ ਹੋ ਜਾਏ ਤਾਂ ਖੇਡ ਕੁਝ ਹੋਰ ਬਣ ਜਾਂਦੀ ਹੈ। ਰਾਬੀਆ ਇੱਕ ਦਿਨ ਘਾਸ ਤੇ ਬੈਠੀ ਸੀ ਤੇ ਕੁਰਾਨ ਪੜ੍ਹ ਰਹੀ ਸੀ। ਹਸਨ ਨੇ ਕਿਹਾ, ਰਾਬੀਆ, ਘਾਸ ਦੇ ਵਿੱਚ ਵੀ ਜੀਵ ਹੁੰਦਾ ਹੈ। ਤੂੰ ਘਾਸ ਤੇ ਬੈਠੀ ਹੈ। ਰਾਬੀਆ ਨੇ ਵੀ ਕਿਹਾ, ਤੂੰ ਵੀ ਤੇ ਘਾਸ ਤੇ ਚੱਲ ਕੇ ਆ ਰਿਹਾ ਹੈ, ਤੂੰ ਵੀ ਤੇ ਲਿਤਾੜਦਾ ਆ ਰਿਹਾ ਹੈ। ਔਰ ਕਹਿ ਦਿੱਤਾ, ਮੈਨੂੰ ਅਹਿਸਾਸ ਕਰਾਇਆ ਤੂੰ ਬਿਹਤਰ ਹੈ, ਪਰ ਮੈਂ ਕੀ ਕਰਾਂ? ਇਸ ਤੋਂ ਇਲਾਵਾ ਹੋਰ ਕਿੱਥੇ ਬੈਠਾਂ? ਅਚੇਤ ਨੇ। ਅਚੇਤ ਸੁਚੇਤ ਦਾ ਵਰਤਣ ਵਾਲੇ ਵੈ। ਅਚੇਤ ਸੁਚੇਤ ਦੀ ਖੁਰਾਕ ਵੀ ਹੈ। ਇਹ ਵੀ ਮਹਿਸੂਸ ਕਰੋ। ਘਾਸ ਨਾਲੋਂ ਗਊਆਂ, ਮੱਝਾਂ, ਭੇਡਾਂ, ਬੱਕਰੀਆਂ ਜ਼ਿਆਦਾ ਸੁਚੇਤ ਨੇ।
ਬਨਸਪਤੀ ਘਾਸ ਉਹਨਾਂ ਦੀ ਖੁਰਾਕ ਹੈ। ਭੇਡਾਂ ਬੱਕਰੀਆਂ ਹਿਰਨੀਆਂ ਨਾਲੋਂ ਖਰਗੋਸ਼ਾਂ ਨਾਲੋਂ ਸ਼ੇਰ ਜ਼ਿਆਦਾ ਸੁਚੇਤ ਹੈ। ਇਹ ਸਭ ਉਹਨਾਂ ਦੀ ਖੁਰਾਕ ਨੇ। खुराक कुदरत ज्यादा पैदा करती, जितना घास पैदा करती है जंगलों विच इतने हिरन नहीं ने, इतने सांबर ते चित्तल नहीं ने। पर ईश्वर जितने चित्तल हिरन पैदा करता है इतने शेर नहीं ने, उन्होंने खाण वाले इतने नहीं ने। रिजक खाण वाले तो रिजक हमेशा ही ज्यादा होता है, ते फिर रिजक खाण वाला बाद विच पैदा होता है, रिजक पहले पैदा होता है। ये भी महर्ज करते हैं। पहले देते रिजक संभाहा, पाछे देते जंत उपाहा। रिजक पहले पैदा होता है, रिजक नूं खाण वाला बाद विच। इहदे च उदाहरण एक बड़ा बाकमाल दिता है ईरानी सूफी संत ने। वो कहता है गमे रोजी मखुर, रिजक दा गम ना करें, उकी ना करें। क्यों? गमे रोजी मखुन मजन और के दफ्तर रा के पेशे अस्तिफल इज्जत कल कुनद पस्ताने मादर रा। मां दे असणा दे च दुध पहले पैदा होंदा है, बच्चे दा जन्म बाद दे च होंदा है। रिजक पहले। शेख सादी, मैं क्यों गम करा? बच्चे का जन्म बाद दे चाहुंदा है, रिजक पहले बन जाता है, पहले बन जाता है। पहले देते रिजक संभाहा, सतगुरां दी बाणी। पाछे देते जंत उपाहा। जो जितना अचेत है उस तो उच्चा जो सुचेत है उसकी वो खुराक है। ये भी महस करते हैं, उसकी वो खुराक है। जितना सुचेत मनुख प्राणी होगा उतना पीड़ा ज्यादा महसूस करेगा, दुख ज्यादा महसूस करेगा। सारी कायनात दे चो मनुख ज्यादा सुचेत है, इस वास्ते दुख इसनों ज्यादा महसूस होता है। फिर मनुखों दे चो जिहड़ा दार्शनिक चिंतक फिलोसफर गहर गंभीर है, वो जितनी पीड़ा महसूस करता है आम मनुख इतनी नहीं करता। ये भी महसूस करते हैं, वो ज्यादा करता है क्योंकि ज्यादा सुचेत है। मैं हुणे अर्ज की है, जैसे जैसे कोई अचेत होगा पीड़ा घट महसूस होगी, घट महसूस होगी। कोई एक ऐसा भी होता है जिवें चलो इशारा कर दईए, कुछ घोड़े ऐसे ने जिन्ने चिर तक चाबक मारो ना नहीं चलते, कुछ ऐसे ने बस कौड़ा फिटकारना ते पैंदा है, मारना नहीं पैंदा, चल पैंदा है। कुछ सिर्फ आवाज करनी पैंदी है, चल पैंदे ने। और अत्यंत सियाणा घोड़ा इशारे नाल ही चल पैंदा, इशारे नाल ही चलदा। इसनूं इंज बयान किया जाता है, जिहड़ा मनुख सिर्फ इशारा ही समझ जाता है बहुत सियाणा है, बहुत सियाणा है। कि जो कहण ते थोड़ा जिहा समझदा है, उन्होंने बकायदा अवस्थावां बनाईयां गईयां, नाम दिते हुए ने। जो इशारे नूं समझ जाता है देवता है ते फरिश्ता है, जो कहण ते समझदा है मनुख है, ते जो कहण ते भी नहीं समझदा इहनूं मनुख कहण दी लोड़ नहीं, पशु है, पशु है। जिथे बोलिया भी व्यर्थ चला जाता है, जिथे बड़े बड़े अवतारां दे बौल भी व्यर्थ चले जाते हैं, जिथे गुरु पैगंबरां दे बौल भी व्यर्थ चले जाते हैं, बड़े बड़े बजुर्गां दे बौल भी व्यर्थ चले जाते हैं, इहनूं मनुख कहण दी भी की लोड़ है, ते पशु है। इशारा समझदा है फरिश्ता है, देवता है। तो मैं अर्ज करा, जो इतना सियाणा मनुख है कि देवता है, इनू पीड़ा ज्यादा होएगी, दुख ज्यादा होएगा।
जितना मनुख चेतन होवे छोटी पीड़ा बहुत वड्डी लगेगी, जितना अचेत है बहुत वड्डी पीड़ा छोटी लगेगी। ये भी मैं अर्ज करती हूं। किसी ਨੂੰ ਮਾਮੂਲੀ ਜਿਹਾ ਵੀ ਅਪਜਸ ਆਤਮ ਹੱਤਿਆ ਤੇ ਮਜਬੂਰ ਕਰ ਦਿੰਦਾ ਹੈ, ਤੇ ਕਿਸੇ ਦਾ ਰੋਜ਼ ਪਹਾੜਾਂ ਜੈਸਾ ਅਪਜਸ ਹੁੰਦਾ ਹੈ, ਸਿਰ ਤੇ ਜੂੰ ਵੀ ਨਹੀਂ ਰਹਿੰਦੀ, ਕੁਛ ਵੀ ਨਹੀਂ, ਕੁਛ ਵੀ ਨਹੀਂ। जितना सियाणा महसूस मनुख होवेगा उतनी मानसिक ते शरीरक पीड़ा ज्यादा महसूस करेगा, क्योंकि ज्यादा महसूस करने वास्ते उहदे कोल ज्यादा समझ है, ज्यादा चेतना है, ज्यादा सुचेत है। यही ते कारण है जदा ऑपरेशन डॉक्टर करता है अचेत कर देंदा है, सुन कर देंदा है, बेहोश कर देंदा है। बेहोश मनुख नूं पीड़ा नहीं होंदी, बेहोश मनुख ਨੂੰ दर्द नहीं आਉਂਦਾ। जीव भी कई ऐसे ने जन्म तो लैके मरण तक बेहोश ही ने, पीड़ा नहीं महसूस करते। मनुखां दे जो सब तो ज्यादा सियाणा है पीड़ा महसूस करता है, और ये बहुत सियाणा मनुख होवेगा जिन्हों गुरु का शब्द तीर की तरह लगे। नहीं लगता, बथेरिया नूं नहीं लगता। तीर भी इंज लगे जिवें दिल दे च नहीं पत्थर ते लगे। की लगे? कुछ भी नहीं लगे, कुछ भी नहीं लगा। ये चेतन नहीं है, अचेत है, जड़ है। हो रहा है पाठ, हो रहा है कीर्तन, हो रही है कथा, पढ़ रहे है बाणी, कुछ भी नहीं हो रहा। अचेत है, बहुत अचेत है। थोड़ा जिहा ध्यान देवेगा ਇਹਦਾ ਸੁਚੇਤਪਣਾ ਵਧੇਗਾ। मैं फिर अर्ज करा, इसे वास्ते धर्म नो ध्यान साधना के। और जितना सुचेत होवेगा पीड़ा ਵਧेगी। गुरु रामदास जी महाराज फरमान करते ने, गुरु दा बचन की सुने तीर दी तरह लगे। अंतर प्यास उठी प्रभ केरी, सुन गुर वचन मन तीर लगैया। इस शब्द ते तीर दी तरह लगे तो पीड़ भी हो गई है। मन की बिरथा मन ही जाने, अवर के जाने को पीर परैया। गुरु दा शब्द सुन के पीड़ नहीं हुई, ये अचेत प्राणी है, सुता हुआ है, अचेत, कुछ भी नहीं। अजय इसकी अवस्था बनेगी, सुचेत होवेगा, अजय नहीं। मन के बिरथा मन ही जाने, अवर के जाने को पीर परैया। ये पीड़ दूजा किस तरह जाने, ते लागी होए सो जाने पीर। कदी किसी का कन दुखे है तो उन्होंने पता है कन का दर्द की होंदा। दाढ़ दुखी है तो फिर उसनों पता चलता है दाढ़ दुखण की पीड़ा की होंदी है। ये दर्द शब्द का तीर लग्या होवे, ये तो ऊंजी भी कोई हजारां च एक अद होंदा है, बहुत थोड़े होंदे। पर मैं अर्ज करा, रूहे जमीन ते इस तरह की कोई पीड़ नहीं जैसी ये पीड़ है। क्यों? ये मनुख जितना सुन सुन के सुचेत होंदा है, शब्द का तीर उसे नूं लगदा, दूजे नूं नहीं लगता, नहीं लगता, पता ही नहीं लगता। इस वास्ते मैनू महात्मा बुद्ध की एक कथा याद आ गई है सामने। एक दिन एक चट्टान सी बहुत वड्डी, उन्होंने ढो ला के वडेरी उम्र दे हो गए सन, 84 साल तक जिंदा रहे ने महात्मा बुद्ध। बुजुर्ग हो गए सन, बिरध हो गए सन। उस पत्थर की चट्टान नाल ढो ला के बैठना ते अपने ਸਰੋਤਿਆਂ ਨੂੰ सुणांदे सन शाम के समय। एक दिन गल निराली हो गई, चट्टान की तरफ मुंह कर बैठे, ਸਰੋਤਿਆਂ की तरफ पिठ कर बैठे। इस तरह कदी होया नहीं।
ਅੱਜ ਇਸ ਤਰ੍ਹਾਂ ਕਰ ਬੈਠੇ। ਜੋ ਸਭ ਤੋਂ ਨਿਕਟਵਰਤੀ ਸੀ ਉਹਨਾਂ ਦਾ ਚਚੇਰਾ ਵਿਰਾਜ, ਉਹਨਾਂ ਦਾ ਚੇਲਾ ਬਣ ਗਿਆ ਸੀ ਆਨੰਦ। ਉਹਨੇ ਆਖਿਆ ਭਗਵਾਨ ਆਪ ਤੇ ਚਟਾਨ ਦੀ ਤਰਫ ਮੂੰਹ ਕਰ ਬੈਠੇ ਹੋ, ਪੱਥਰ ਦੀ ਤਰਫ। ਸਰੋਤੇ ਤੇ ਇਧਰ ਬੈਠੇ ਨੇ। ਪਤਾ ਹੈ ਮਹਾਤਮਾ ਬੁੱਧ ਨੇ ਸਮਝਾਉਣ ਵਾਸਤੇ ਕੀ ਆਖਿਆ, ਮੈਂ ਇਸ ਪੱਥਰ ਦੇ 'ਚ ਇਹਨਾਂ ਸਰੋਤਿਆਂ 'ਚ ਕੋਈ ਫਰਕ ਨਹੀਂ ਸਮਝਦਾ। ਉਧਰ ਮੂੰਹ ਕਰ ਦਿੱਤਾ, ਇਧਰ ਮੂੰਹ ਕਰ ਦਿੱਤਾ, ਇੱਕੋ ਹੀ ਗੱਲ ਹੈ। ਮੇਰੇ ਕਹਿਣ ਨਾਲ ਨਾ ਉਹਨਾਂ ਨੇ ਬਦਲਣਾ ਨਾ ਇਹਨੇ ਬਦਲਣਾ, ਕੁਛ ਇੱਕੋ ਹੀ ਕੁਛ। ਅਗਲੀ ਗੱਲ ਜਿਹੜੀ ਉਸਨੇ ਕਹੀ ਹੈ ਧੰਮਪਦ ਦੇ 'ਚ ਲਿਖੀ ਹੋਈ ਹੈ, ਰੋਜ਼ ਬੋਲਦਾ ਮੈਂ, ਰੋਜ਼ ਬੋਲਦਾ, ਪੱਥਰਾਂ 'ਚ ਬੋਲਦਾ, ਪੱਥਰਾਂ ਦੇ ਇਕੱਠ, ਵਨਕੀ ਵਨਕੀ ਦੇ ਪੱਥਰ, ਛੋਟੇ ਵੱਡੇ ਪੱਥਰ, ਇੰਜ ਕਹਿ ਦਿੱਤਾ ਹੈ। ਧੰਮਪਦ ਦੀ ਇਹ ਗਾਥਾ ਮੈਂ ਤੁਹਾਨੂੰ ਸਰਵਨ ਕਰਾ ਰਿਹਾ। ਬੋਧੀਆਂ ਦਾ ਜਿਹੜਾ ਧਰਮ ਗ੍ਰੰਥ ਹੈ ਉਹਨੂੰ ਧੰਮਪਦ ਕਹਿੰਦੇ ਨੇ, ਧੰਮਪਦ। ਮਹਾਤਮਾ ਬੁੱਧ ਕਹਿੰਦੇ ਨੇ ਮੈਂ ਰੋਜ਼ ਪੱਥਰਾਂ 'ਚ ਬੋਲਦਾ। ਮਨੁੱਖ ਤੇ ਕਦੀ ਕਦਾਈ ਕੋਈ ਕਦ ਮਿਲਦਾ ਹੈ, ਪੱਥਰਾਂ 'ਚ ਬੋਲਦਾ। ਮੇਰੇ ਕਹਿਣ ਨਾਲ ਜੈਸੇ ਪੱਥਰ ਨਹੀਂ ਬਦਲਦੇ, ਇਹ ਵੀ ਨਹੀਂ ਬਦਲਦਾ। ਬਿਲਕੁਲ ਅਚੇ, ਬਿਲਕੁਲ ਅਚੇ। ਥੋੜਾ ਜਿਹਾ ਵੀ ਧਿਆਨ ਦੇਣ ਤੇ ਸੁਚੇਤ ਹੋ ਜਾਣ, ਨਹੀਂ ਦਿੰਦੇ। ਥੋੜੇ ਜਿਹਾ ਵੀ ਧਿਆਨ ਪੂਰਵਕ ਬਾਣੀ ਪੜਨ ਤੇ ਸੁਚੇਤ ਹੋ ਜਾਣ। ਜਿਤਨੇ ਸੁਚੇਤ ਹੁੰਦੇ ਜਾਣਗੇ ਪੀੜਾ ਵੱਧਦੀ ਜਾਏਗੀ। ਸ਼ਬਦ ਤੀਰ ਦੀ ਤਰ੍ਹਾਂ ਉਸ ਨੂੰ ਲੱਗੇਗਾ ਜੋ ਬਹੁਤ ਜ਼ਿਆਦਾ ਸੁਚੇਤ ਹੋ ਗਿਆ। ਅੰਤਰ ਪਿਆਸ ਉਠੀ ਪ੍ਰਭ ਕੇਰੀ, ਸੁਨ ਗੁਰ ਬਚਨ ਮਨ ਤੀਰ ਲਗਈਆ। ਤੀਰ ਦਾ ਕੰਮ ਕੀ ਹੈ? ਤਨ ਨੂੰ ਲੱਗੇ, ਖੂਨ ਨਿਕਲਦਾ ਹੈ, ਖੂਨ ਦੇ ਫੁਆਰੇ ਛੁੱਟ ਪੈਂਦੇ ਨੇ। ਐਸੀ ਹਾਲਤ ਵਿੱਚ ਕੰਠ ਖੁਸ਼ਕ ਹੋ ਜਾਂਦਾ ਜਦ ਖੂਨ ਬਹੁਤਾ ਨਿਕਲੇ। ਤੜਪਦਾ ਹੋਇਆ ਮਨੁੱਖ ਕਹਿੰਦਾ ਹੈ ਹਾਏ ਪਾਣੀ, ਹਾਏ ਪਾਣੀ, ਹਾਏ ਪਾਣੀ। ਉਹਨੂੰ ਪਾਣੀ ਚਾਹੀਦਾ। ਆਯੁਰਵੇਦ ਆਚਾਰੀਆ ਤਾਂ ਐਸੇ ਕਹਿੰਦੇ ਨੇ ਕਿ ਤੜਪਦੇ ਹੋਏ ਮਨੁੱਖ ਦੇ ਮੂੰਹ ਦੇ ਵਿੱਚ ਪਾਣੀ ਪਾ ਦੇਈਏ, ਉਹਨੂੰ ਵਕਤੀ ਤੌਰ ਤੇ ਬਚਾਇਆ ਜਾ ਸਕਦਾ ਹੈ। ਤੜਪਦੇ ਮਨੁੱਖਾਂ 'ਚ ਹੀ ਭਾਈ ਕਨਈਆ ਜੀ ਪਾਣੀ ਪਾਉਂਦੇ ਸਨ। ਉਹ ਤੜਪ ਰਿਹਾ, ਉਹ ਤੜਪ ਰਿਹਾ, ਉਹ ਤੜਪ ਰਿਹਾ, ਪਾਣੀ ਪਾਉਂਦੇ। ਤੜਪਦਾ ਹੋਇਆ ਮਨੁੱਖ ਜਿਸ 'ਚ ਖੂਨ ਬਹੁਤਾ ਨਿਕਲ ਗਿਆ, ਉਹਦੀ ਜ਼ਬਾਨ, ਉਹਦੇ ਕੰਠ 'ਚੋਂ ਇੱਕੋ ਹੀ ਬੋਲ ਨਿਕਲਦਾ, ਹਾਏ ਪਾਣੀ, ਹਾਏ ਪਾਣੀ, ਹਾਏ ਪਾਣੀ। ਸ਼ਬਦ ਦਾ ਤੀਰ ਮਨ ਨੂੰ ਲੱਗਿਆ, ਮਨ ਦੇ 'ਚੋਂ ਲੋਭ ਨਿਕਲ ਜਾਂਦਾ, ਮਨ ਦੇ 'ਚੋਂ ਹੰਕਾਰ ਨਿਕਲ ਜਾਂਦਾ, ਮਨ 'ਚੋਂ ਵਾਸ਼ਨਾ ਛੀਣ ਆਉਂਦੀ ਹੈ। ਇਹੀ ਮਨ ਦੀ ਜ਼ਿੰਦਗੀ ਹੈ। ਇਹ ਖੂਨ ਤਨ ਦੀ ਜ਼ਿੰਦਗੀ ਹੈ, ਵਾਸ਼ਨਾ ਮਨ ਦੀ ਜ਼ਿੰਦਗੀ ਹੈ। ਇਹ ਖੂਨ ਤਨ ਦਾ ਜੀਵਨ ਹੈ, ਹੰਕਾਰ ਮਨ ਦਾ ਜੀਵਨ ਹੈ। ਇਸੇ ਤੇ ਜੀ ਰਿਹਾ ਹੈ। ਇਹ ਖੂਨ ਤਨ ਦੀ ਜ਼ਿੰਦਗੀ ਹੈ, ਇਹ ਲੋਭ ਮਨ ਦੀ ਜ਼ਿੰਦਗੀ ਹੈ। ਇਸੇ ਦੇ ਆਸੇ ਤੇ ਜੀ ਰਿਹਾ, ਮਨ ਦਾ ਢਾਂਚਾ ਖੜਾ ਹੈ। ਸ਼ਬਦ ਦਾ ਜ਼ਬਾਨ ਨੂੰ ਵਰਤ ਕੇ ਕਹਿੰਦਾ ਹੈ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਇੱਕ ਪਿਆਸਾ ਮਨੁੱਖ ਜਦ ਕਹਿੰਦਾ ਹੈ ਹਾਏ ਪਾਣੀ, ਹਾਏ ਪਾਣੀ, ਉਹ ਗੱਲ ਕੁਝ ਹੋਰ ਹੈ। ਪਿਆਸ ਹੀ ਨਹੀਂ ਲੱਗੀ, ਲੱਗੀ ਨਹੀਂ ਕਿ ਕਹਿੰਦਾ ਹੈ ਹਾਏ ਪਾਣੀ, ਹਾਏ ਪਾਣੀ। ਇਹਨਾਂ ਦੋਹਾਂ ਦੇ ਜ਼ਮੀਨ ਆਸਮਾਨ ਦਾ ਫਰਕ। ਸ਼ਬਦ ਦਾ ਤੀਰ ਲੱਗਿਆ ਤੇ ਕਹਿ ਰਿਹਾ ਵਾਹਿਗੁਰੂ, ਵਾਹਿਗੁਰੂ। ਇਹ ਗੱਲ ਕੁਝ ਹੋਰ ਹੈ, ਤੀਰ ਲੱਗਿਆ ਹੀ ਨਹੀਂ। ਅਜੇ ਕੋਈ ਚੋਟ ਨਹੀਂ ਖਾਦੀ ਮਨ ਨੇ ਤੇ ਕਰ ਰਿਹਾ ਵਾਹਿਗੁਰੂ, ਵਾਹਿਗੁਰੂ। ਇਹਨਾਂ ਦੋਹਾਂ 'ਚ ਜ਼ਮੀਨ ਆਸਮਾਨ ਦਾ ਫਰਕ। ਮੈਂ ਫਿਰ ਅਰਜ਼ ਕਰਾਂ, 10 ਬੰਦੇ ਜਪ ਕਰ ਰਹੇ ਹੋਣ, 10 ਦੀ ਮਾਨਸਿਕ ਅਵਸਥਾ ਅਲੱਗ ਹੋਵੇ। ਜਿਸ ਦਾ ਜਿਤਨਾ ਧਿਆਨ ਗਹਿਰਾ ਹੋਵੇਗਾ, ਸ਼ਬਦ ਦਾ ਉਤਨਾ ਹੀ ਅਸਰ ਹੋਵੇਗਾ, ਉਹਦੇ ਧਿਆਨ ਨੂੰ ਹੋਰ ਜਗਾਉਂਦਾ ਜਾਏਗਾ।
ਸ਼ਬਦ ਹੁਣ ਤੀਰ ਦੀ ਤਰ੍ਹਾਂ ਲੱਗਿਆ, ਧਿਆਨ ਬਹੁਤਾ ਜਾਗ ਗਿਆ, ਬਹੁਤਾ ਸੁਚੇਤ ਹੋ ਗਿਆ, ਇਹਨੇ ਤੇ ਪੀੜਾ ਪੈਦਾ ਕਰ ਦਿੱਤੀ ਹੈ। ਹੁਣ ਮੈਂ ਅਰਜ਼ ਕਰਾਂ, ਇਹ ਪੀੜਾ ਕਿਤਨੀ ਕਹਿ, ਕਿਸ ਨਾਲ? ਕੰਨ ਦਾ ਜੋ ਦਰਦ ਆਉਂਦਾ ਹੈ, ਜਾਂ ਦਾੜ ਦੁਖਦੀ ਹੈ, ਜਾਂ ਮੱਥਾ ਜੋ ਦੁਖਦਾ ਹੈ, ਕਿਹੜੀ ਪੀੜਾ ਨਾਲ ਤਸ਼ਬੀਹ ਦਈ ਹੈ? ਭਾਈ ਗੁਰਦਾਸ ਜੀ ਨੇ ਦਿੱਤੀ, ਉਹ ਮੈਂ ਤੁਹਾਡੇ ਸਾਹਮਣੇ ਰੱਖਾਂ। ਭਾਈ ਸਾਹਿਬ ਭਾਈ ਗੁਰਦਾਸ ਜੀ, ਗੁਰੂ ਘਰ ਦੇ ਵੇਦ ਵਿਆਸ ਔਰ ਗੁਰਬਾਣੀ ਦੇ ਪਹਿਲੇ ਟੀਕਾਕਾਰ, ਇਸ ਵਾਸਤੇ ਆਪ ਦੇ ਕਲਾਮੇ ਪਾਕ ਨੂੰ ਕੁੰਜੀ ਕਿਹਾ ਜਾਂਦਾ ਹੈ, ਸ਼ਬਦਾਂ ਦੀ ਕੁੰਜੀ ਖੋਲ੍ਹਦੇ ਨੇ। ਇਹ ਪੀੜਾ ਕਿਤਨੀ ਆਉਂਦੀ ਹੈ? ਹੁਣ ਜਿਤਨੀ ਪੀੜਾ ਦਾ ਉਹ ਜ਼ਿਕਰ ਕਰ ਰਹੇ ਨੇ, ਇਹ ਤੁਸੀਂ ਆਪ ਗਿਣਤੀ ਕਰਦੇ ਜਾਣਾ। ਅਗਨ ਜਰਤ ਜਲ ਬੂੜਤ ਸਰਪ ਗ੍ਰਸੇ, ਸ਼ਸਤਰ ਅਨੇਕ ਰੋਮ ਰੋਮ ਕਰ ਗਾਤ ਹੈ। ਬਲਦੀ ਹੋਈ ਅੱਗ ਦੇ 'ਚ ਮਨੁੱਖ ਗਿਰ ਜਾਏ ਜ਼ਿੰਦਾ, ਤੇ ਨਿਕਲਣ ਦਾ ਕੋਈ ਸਾਧਨ ਨਾ ਹੋਵੇ, ਤੇ ਜ਼ਿੰਦਾ ਅੱਗ ਦੇ 'ਚ ਜਲ ਰਿਹਾ ਹੋਵੇ। ਭਾਈ ਸਾਹਿਬ ਕਹਿੰਦੇ ਨੇ ਇਹ ਪੀੜਾ ਇਕੱਠੀ ਕਰੀਏ। ਅਗਨ ਜਰਤ ਜਲ ਬੂੜਤ, ਬੜੇ ਗਹਿਰੇ ਪਾਣੀ ਦੇ 'ਚ ਡੁਬਕੀ ਲੱਗ ਰਹੀ ਹੋਵੇ, ਗੋਤੇ ਖਾ ਰਿਹਾ ਹੋਵੇ, ਡੁੱਬ ਰਿਹਾ ਹੋਵੇ, ਤੇ ਬਚਣ ਦਾ ਕੋਈ ਸਾਧਨ ਨਾ ਹੋਵੇ। ਉਸ ਵਕਤ ਸਰੀਰਕ ਤੇ ਮਾਨਸਿਕ ਜੋ ਪੀੜਾ ਹੁੰਦੀ ਹੈ, ਭਾਈ ਜੀ ਕਹਿੰਦੇ ਨੇ ਉਹ ਵੀ ਇਕੱਠੀ ਕਰੀਏ। ਅਗਨ ਜਰਤ ਜਲ ਬੂੜਤ ਸਰਪ ਗ੍ਰਸੇ, ਕੋਬਰਾ ਫਨੀਅਰ ਨਾਗ ਸੱਪ ਡੰਗ ਮਾਰ ਜਾਏ, ਜ਼ਹਿਰ ਚੜਨੀ ਸ਼ੁਰੂ ਹੋ ਜਾਏ, ਤੇ ਉਹਦਾ ਸਦਕਾ ਪ੍ਰਾਣ ਨਿਕਲਣੇ ਸ਼ੁਰੂ ਹੋ ਜਾਣ। ਉਸ ਸਮੇਂ ਜੋ ਮਾਨਸਿਕ ਤੇ ਸਰੀਰਕ ਪੀੜਾ ਹੁੰਦੀ ਹੈ, ਭਾਈ ਜੀ ਕਹਿੰਦੇ ਨੇ ਇਹ ਵੀ ਇਕੱਠੀ ਕਰੀਏ, ਜੋੜਦੇ ਜਾ ਰਹੇ ਨੇ। ਅਗਨ ਜਰਤ ਜਲ ਬੂੜਤ ਸਰਪ ਗ੍ਰਸੇ, ਸ਼ਸਤਰ ਅਨੇਕ ਰੋਮ ਰੋਮ ਕਰ ਗਾਤ ਹੈ। ਅਨੇਕਾਂ ਤਰ੍ਹਾਂ ਦੇ ਸ਼ਸਤਰਾਂ ਦੇ ਨਾਲ ਰੋਮ ਰੋਮ ਜ਼ਖਮੀ ਹੋਵੇ, ਤੇ ਰੋਮ ਰੋਮ ਦੇ ਚੋਂ ਖੂਨ ਨਿਕਲ ਰਿਹਾ ਹੋਵੇ। ਕਿਤਨੀ ਪੀੜਾ ਹੋਵੇਗੀ? ਇੱਕ ਰੋਮ ਜ਼ਖਮੀ ਨਹੀਂ, ਸਾਰੇ। ਮੌਲਾਨਾ ਰੂਮ ਤੇ ਕਹਿੰਦੇ ਨੇ, ਹਮਾ ਤਨ ਦਾਗਦਾਰ ਸ਼ੁਦਮ, ਪੁੰਬਾ ਕੁਜਾ ਕੁਜਾ ਨੇ ਹਮ। ਹਕੀਮ ਨੂੰ ਕਹਿੰਦੇ ਨੇ, ਕਿਹੜੀ ਕਿਹੜੀ ਥਾਂ ਤੇ ਫਾਇਆ ਲਾਏਗਾ, ਕਿਹੜੀ ਕਿਹੜੀ ਥਾਂ ਤੇ ਮਰਮ ਪੱਟੀ ਕਰੇਗਾ। ਹਮਾ ਤਨ ਦਾਗਦਾਰ ਸ਼ੁਦਮ, ਰੋਮ ਰੋਮ ਦੇ 'ਚ ਜ਼ਖਮ ਹੈ, ਸਾਰਾ ਤਨ ਜ਼ਖਮੀ ਹੈ, ਕਿੱਥੇ ਫਾਇਆ ਲਾਏਗਾ, ਪੱਟੀ ਕਿੱਥੇ ਬੰਨੇਗਾ। ਹਮਾ ਤਨ ਦਾਗਦਾਰ ਸ਼ੁਦਮ, ਕੁੰਬਾ ਕੁਜਾ ਕੁਜਾ ਨੇ ਹਮ। ਇਹ ਫਕੀਰ ਇਸ ਪੀੜਾ ਚੋਂ ਨਿਕਲਿਆ ਤਾਂ ਜ਼ਿਕਰ ਕਰ ਰਿਹਾ, ਇਸ ਦਰਦ ਚੋਂ ਨਿਕਲਿਆ ਤਾਂ ਹੀ ਇਸ ਤੋਂ ਨਿਕਲਿਆ। ਐਵੇਂ ਨਹੀਂ ਗੁਰੂ ਰਾਮਦਾਸ ਜੀ ਮਹਾਰਾਜ ਕੇ ਕਹਿ ਰਹੇ, ਮਨ ਕੀ ਬਿਰਥਾ ਮਨ ਹੀ ਜਾਣੇ। ਇਸ ਅਵਸਥਾ ਨੂੰ ਉਹ ਜ਼ਿਕਰ ਕਰ ਸਕਦਾ ਹੈ, ਕਹਿ ਸਕਦਾ ਹੈ, ਜਿਹਨੂੰ ਇਹ ਪੀੜਾ ਹੋਈ ਹੈ। ਲਾਗੀ ਹੋਏ ਸੋ ਜਾਣੇ ਵੀ, ਹਮਾ ਤਨ ਦਾਗਦਾਰ ਸ਼ੁਦਮ, ਪੁੰਬਾ ਕੁਜਾ ਕੁਜਾ ਨੇ ਹਮ। ਕਈ ਹੈਰਾਨ ਵੀ ਆਉਂਦੇ ਨੇ, ਇਤਨੀ ਪੀੜਾ, ਈਸ਼ਵਰੀ ਨਹੀਂ ਹੈ, ਰੱਬੀ ਨਹੀਂ ਹੈ। ਪਰ ਸੂਤ ਦੀ ਪੀੜਾ ਤੋਂ ਲੰਘੇ ਬਿਨਾ ਕੋਈ ਇਸਤਰੀ ਮਾਂ ਨਹੀਂ ਬਣ ਸਕਦੀ, ਕਿਸੇ ਦੀ ਗੋਦ ਹਰੀ ਨਹੀਂ ਹੁੰਦੀ। ਆਪਣੀ ਗੋਦ ਵਿੱਚ ਕੋਈ ਉਸਨੇ ਲਾਲ ਦੇਖਣਾ ਹੈ, ਪਰਸੋਂ ਪੀੜਾ ਤੋਂ ਤੇ ਲੰਘਣਾ ਪੈਂਦਾ ਹੈ। ਇੱਕ ਤਨ ਦੇ ਚੋਂ ਹੋਰ ਤਨ ਨੂੰ ਜਨਮ ਦੇਣਾ ਹੈ, ਬੜੀ ਭਾਰੀ ਤਨ ਦੀ ਪੀੜਾ ਚੋਂ ਲੰਘਣਾ ਪੈਂਦਾ ਹੈ। ਆਪਣੇ ਮਨ ਦੇ ਚੋਂ ਹੀ ਪ੍ਰਮਾਤਮਾ ਨੂੰ ਜਨਮ ਦੇਣਾ ਹੈ। ਮਨ ਤੋਂ ਜੋਤ ਸਰੂਪ ਹੈ, ਬੜੀ ਭਿਅੰਕਰ ਮਾਨਸਿਕ ਪੀੜਾ ਤੋਂ ਲੰਘਣਾ ਪੈਂਦਾ। ਈਸ਼ਵਰੀ ਨਹੀਂ ਹੈ, ਰੱਬੀ ਨਹੀਂ ਹੈ। ਪੀੜਾ ਤੜਪਾ ਦੇਗੀ, ਪੀੜਾ ਰੁਲਾ ਦੇਗੀ, ਇਹ ਵੀ ਮੈਂ ਅਰਜ਼ ਕਰਦਾ। ਚਾਹੇ ਤਨ ਦੀ ਪੀੜਾ ਹੈ, ਸੀਮਾ ਤੋਂ ਵੱਧ ਗਈ ਹੈ, ਤੜਪਾ ਦੇਗੀ, ਰੁਲਾ ਦੇਗੀ। ਪੀੜਾ ਚਾਹੇ ਮਾਨਸਿਕ ਹੈ, ਸੀਮਾ ਤੋਂ ਵੱਧ ਗਈ ਹੈ, ਤੜਪਾ ਦੇਗੀ, ਰੁਲਾ ਦੇਗੀ।
मैं तो ऐसा कहने दे कोई संकोच नहीं करता, जिन्ने भगत संत होए ने जितने ओ रोए ने, की दुनियादार रोएगा। कोई पुत्र दे विछोड़े च रोया, कोई प्रभता दे विछोड़े च रोया, कोई धन संपदा दे विछोड़े च रोया। भगत भी रोंदे ने। गुरु अर्जन देव जी महाराज दा वाक, हो रह ना सका बिन देखे प्रीतमा, मैं नीर वहे वहे चले जी। बड़ी भयंकर पीड़ा, पीड़ा तड़पा के रुला देगी। कहते ने किसी भी तीरथ दा जल मनुख दे गुनाहां नूं नहीं धोंदा। प्रभु विछोड़ा दी पीड़ा, तड़पे होया मन, निकले दो हंजू, जन्मां जन्मांतरां दे पापां नूं धो देंदे ने, जन्मां जन्मांतरां दे गुनाहां नूं धो देंदे ने। धोने पानी नहीं ने। ਇਹਦਾ बहुत ਵੱਡਾ ਜ਼ਿਕਰ ਇਸ ਵਕਤ मैं लंबा चौड़ा खुलासा ना करा, भाई साहब जी ਦੇ ਬੋਲ ਰਹਿ ਜਾਣਗੇ। ਭਾਈ ਸਾਹਿਬ ਕਹਿੰਦੇ ਨੇ ਅਨੇਕਾਂ ਤਰ੍ਹਾਂ ਦੇ ਸ਼ਸਤਰਾਂ ਦੇ ਨਾਲ ਰੋਮ ਰੋਮ ਜ਼ਖਮੀ ਹੋਵੇ। ਇਸ ਪੀੜਾ ਨੂੰ ਵੀ ਇਕੱਠਾ ਕਰੀਏ। ਇੱਕ ਪੰਕਤੀ, ਅਗਨ ਜਰਤ ਜਲ ਬੂੜਤ ਸਰਪ ਗ੍ਰਸੇ, शस्त्र अनेक रोम रोम कर घात है, बिरथा अनेक अपदा अधीन दीनगत, ग्रीखम और शीत बरखम आए निस्परात है। दूसरी पंक्ति, लोड़ा अनेका होवन ते पूरी एक भी ना होवे। ऐसे हालत दे जो शरीरक ते मानसिक पीड़ा होंदी है, भाई जी कहते वो भी इकट्ठी करिए। बहुत सारिया लोड़ां वन तन दियां मन दियां पूरियां एक भी ना होवन, पूरी करन दा साधन है ही कोई नहीं। उस समय जो तन शरीरक ते मानसिक पीड़ा होंदी है, भाई जी कहते वो भी इकट्ठी करिए। बिरथा अनेक अपदा अधीन दीनगत, पराई अधीनगी ते रहना पै रहा होवे। कसूर कुछ भी ना आवे तो गालां कड्ढी जाए, गलती कुछ भी नहीं है तो ताड़ना करी जाए। उस समय जो मानसिक पीड़ा होंदी है, भी बोल भी नहीं की ते गालां, गलती भी नहीं की ते ताड़ना, पर अधीन की मजबूरी है, मजबूरी है, कमजोरी है। उस समय जो मानसिक पीड़ा होंदी है वो भी इकट्ठी करिए। शरीर दे कोई भयंकर रोग है, बीमारी है, ये जो पीड़ा है भाई जी कहते हैं ये भी इकट्ठी करिए। ग्रीखम और शीत बरख माए निस्परात है, बड़ी गर्मी है ते धुप दे च रहना पै रहा होवे, लू दे च बचण दा कोई साधन नहीं। कल ही कोई मैनू फोन ते शायद दस रहा सी इंडिया तो, 113 मौतां हो गई महाराष्ट्र ते मध्य भारत इन्नी भयंकर लू, इन्नी भयंकर अग वरस रही है, बचण का कोई साधन ना हो, उपराला ना हो। बड़ी भयंकर ठंड ते बचण का कोई साधन नहीं। बहुत जोर दी बारिश ते दिन रात बरखा दे च रहना पै रहा होवे, बचण का कोई साधन नहीं। ग्रीखम और शीत बरखम आए निस्परात है, दिन रात बारिश दे च रहना पै, दिन रात भयंकर ठंड दे च रहना पै, ते दिन रात भयंकर गर्मी दे च रहना। इहदे नाल जो शरीरक ते मानसिक पीड़ा होंदी है, भाई जी कहते हैं वो भी इकट्ठी करिए। तीसरी पंक्ति, गौ द्विज बधु वंश विश्वास बद कोट हत्या, तृष्णा अनेक दुख दोख समगात है। कुछ बज्जर पाप मन्ने हैं ते बज्जर पाप दे करदियां मानसिक कलेश हो जाता है। उस मनुख नूं मानसिक चैन नसीब ही नहीं हो सकता जो बज्जर पाप करे। बज्जर पाप भाई गुरदास जी ने पौड़ियां च भी लंबा चौड़ा खुलासा किया है।
पर उसनों ना सिर्फ इस पंक्ति ਨੂੰ ਤੁਹਾਡੇ ਸਾਹਮਣੇ ਰੱਖਿਓ। ਗਊ ਨੂੰ ਮਾਰਨਾ ਬੱਜਰ ਪਾਪ। ਭਾਈ ਸਾਹਿਬ ਭਾਈ ਗੁਰਦਾਸ ਜੀ। ਗਊ द्विज है, ब्रह्मवेता जो ब्रह्म नाल जुड़ी हुई आत्मा है, ब्राह्मण है। ब्राह्मण किहनूं कहंदे ने? किसी जात का नाम नहीं, ब्रह्म बिंदे से ब्राह्मण। पंडित विद्वान नूं कहंदे ने ब्राह्मण जो ब्रह्म का चिंतन करता है, जात नहीं है। ये भी मैं अर्ज करते हैं। महान टीका भाई मनी सिंह का देख के धन गुरु गोबिंद सिंह जी महाराज ने कह दिता सी, तू ते साडा ज्ञानी सिंह है, तू ते साडा ज्ञानी सिंह है। सारे उसनूं ज्ञानी जी कहण लग पे। उस दिन तो बाद गुरु घर दे कथावाचकां नूं या ग्रंथी ਸਿੰਘਾਂ ਨੂੰ ज्ञानी जी कहण लग पे। भाई मनी सिंह तो शुरू होया, नहीं तो बाबा जी आखिया जांदा सी, भाई साहब कहंदे सन। इन्ना ही सी पदवी भाई साहब दी आउंदी सी या बाबा जी दी। ज्ञानी दी चली है भाई मनी सिंह तो, इस तो पहले नहीं सी। ब्राह्मण जो ब्रह्म का चिंतन करता है, उसकी बेइज्जती करनी या उन्होंने मारना बज्जर पाप है, नाकाबिले माफ है। गऊ द्विज बधो वंश विश्वास बद कोट हत्या। बधो अपनी स्त्री नूं मारना अबला है, वह पुरुष के तन का मुकाबला नहीं कर सकती। ऐसा शरीर प्रभु ने उसका बनाया है। तो उस ते जुल्म करना बज्जर पाप। विश्वासघात करना बज्जर पाप। गुरु नाल द्रोह करना बज्जर पाप। अनेका तरह की तृष्णा वस हो के अनर्थ करना बज्जर पाप। इस पंक्ति च इतनी गिनती करते हैं। गऊ द्विज बधु वंश विश्वास घात तृष्णा अनेक दुख दोख समघात है। सारा शरीर का चोला इन्हां गुनाहां नाल लिबड़िया हुआ है। हर गुनाह मानसिक बेचैनी पैदा करता है। हर गुनाह, हर पाप। पता नहीं मैं थानू सरवण कराया है कि नहीं। मेरा एक क्लास फैलो से कट्ठे पढ़ते रहे हैं खालसा हाई स्कूल दे। देश की वंड हुई हरियाणा फरीदाबाद दे च आ गया। किसी वक्त फरीदाबाद भी पंजाब सी, दिल्ली दे कोल। ते साडी जिहड़ी ट्रेन पिछों आई वो राजस्थान चली गई। रेलवे स्टेशन डिपार्टमेंट इन्हां गड्डियां नूं थां थां ते भेजदा सी, वंड करदा सी। उन्हां दी ट्रेन फरीदाबाद गई। वो उत्थे वड्डा होया। आप सुन के हैरान हो गए। दिल्ली फरीदाबाद सारे उसदे नाम तो वाकफ। किस करके वाकफ? नामी गुंडा, नामी कातल। पुलिस भी उस तो डरदी सी। कतल कर लैंदा सी, कोई सबूत नहीं, छुट जाता सी, कोई गवाह नहीं। बंदा मारना, कीड़ी मारना। जिस गली चो किधरे लंघे लोग दरवाजे बंद कर लेंगे। इतना भयंकर उसका नाम हो गया हरियाणा पुलिस दे, दिल्ली पुलिस दे। लेकिन गजब की गल, किसी भी गुनाह का सबूत नहीं रहने देता और कोई डर का मारा गवाही नहीं देता। उन्होंने पता सी असी गवाही दिती नहीं तो दूजे दिन है गए। काफ़ी चिरां तो मैं नाम सुनिया सी, पर बहुत लंबा समा हो गया कभी मिले तो है नहीं। मेरा बचपना जवानी च बदलिया, ਉਹਦਾ बचपना जवानी च बदलिया। जवान बन के नामी गुंडा कातल बने। एक दिन फरीदाबाद 10 साल दे 2 दफा जाता है। एक साडे इलाके च महापुरुष होए संत भगत सिंह, उन्होंने बरसी मनाई जाती है। उस ते एक भगत जोधा राम सिंह जी। भगत जोधा राम सिंह जी की बरसी ते मैं पहुंचा।
ਗੁਰਦੁਆਰੇ ਨੇ ਰੈਸਟ ਹਾਊਸ ਅਲੱਗ ਬਣਾਇਆ ਹੈ, 4 ਕਮਰਿਆਂ ਦਾ, ਆਏ ਗਏ ਲਈ ਉੱਥੇ ਠਹਿਰਾਉਂਦੇ। ਮੈਂ ਉੱਥੇ ਠਹਿਰਿਆ ਹੋਇਆ। ਉਹ ਆ ਗਿਆ, ਮੈਨੂੰ ਨਹੀਂ ਪਤਾ ਸੀ ਉਹੀ ਹੈ। ਔਰ ਗਜ਼ਬ ਦੀ ਗੱਲ, ਮੇਰਾ ਕਲਾਸ ਫੈਲੋ, ਮੇਰਾ ਜਿਗਰੀ ਦੋਸਤ ਸੀ ਉਦੋਂ, ਔਰ ਮੇਰਾ ਹਮ ਨਾਮ ਹੈ। ਜੋ ਨਾਮ ਮੇਰਾ ਹੈ, ਮਾਂ ਬਾਪ ਨੇ ਉਹਦਾ ਨਾਮ ਵੀ ਸੰਤ ਸਿੰਘ ਰੱਖਿਆ ਸੀ। ਪਰ ਹੁਣ ਪਤਤ ਸੀ, ਸਿੱਖੀ ਰੂਪ ਵਿੱਚ ਨਹੀਂ ਸੀ। ਆ ਕੇ ਬੈਠਿਆ, ਮੇਰੇ ਕੋਲ 3-4 ਸੱਜਣ ਫਰੀਦਾਬਾਦ ਦੇ ਬੈਠੇ ਸਨ, ਉੱਠ ਕੇ ਚਲੇ ਗਏ। ਮੈਂ ਕਿਹਾ ਹੱਦ ਹੋ ਗਈ, ਅਧੂਰੀ ਗੱਲ ਉਹਨਾਂ ਨੇ ਕੀਤੀ ਸੀ, ਕੁਝ ਗੱਲ ਕਰ ਰਹੇ ਸਨ, ਇੱਕਦਮ ਉੱਠ ਕੇ ਚਲੇ ਗਏ। ਥੋੜੀ ਦੇਰ ਉਹ ਚੁੱਪ ਰਿਹਾ ਤੇ ਮੈਂ ਪੁੱਛ ਲਿਆ ਕਿ ਮੈਂ ਮਿੱਤਰਾ ਕਿਸ ਤਰ੍ਹਾਂ ਆਏ। ਮੇਰਾ ਨਾਂ ਲੈ ਕੇ ਕਹਿਣ ਲੱਗਾ ਮੈਨੂੰ ਪਹਿਚਾਣੇ? ਮੈਂ ਕਿਹਾ ਨਹੀਂ, ਮੈਂ ਤੁਹਾਡਾ ਕਲਾਸ ਫੈਲੋ, ਇਕੱਠੇ ਬੈਠਦੇ ਸੀ, ਤੁਹਾਡਾ ਦੋਸਤ। ਆਪਣਾ ਨਾਂ ਦੱਸਿਆ, ਹੈਰਾਨਗੀ ਹੋਈ ਮੈਨੂੰ। ਹੁਣ ਮੈਂ ਤੇ ਸੁਣ ਚੁੱਕਿਆ ਸੀ, ਨਾਮੀ ਕਾਤਲ, ਨਾਮੀ ਗੁੰਡਾ। ਇਤਨਾ ਉਸਨੇ ਆਖਿਆ ਤੇ ਜ਼ਾਰੋ-ਜ਼ਾਰ ਰੋ ਪਿਆ। ਮਨ ਚੋਂ ਇੱਕ ਖਿਆਲ ਤੇ ਨਿਕਲ ਗਿਆ, ਕੋਈ ਅਨਰਥ ਕਰਨ ਨਹੀਂ ਆਇਆ, ਕੋਈ ਮਤਲਬ ਹੋ ਰਿਹਾ ਇਸ ਦਾ। ਜ਼ਾਰੋ-ਜ਼ਾਰ ਰੋ ਪਿਆ। ਮੈਂ ਕਿਹਾ ਮਿੱਤਰਾ ਗੱਲ ਕੀ ਹੈ? ਕਹਿੰਦਾ ਇਤਨਾ ਬੇਚੈਨ ਆ, ਇਤਨਾ ਬੇਚੈਨ ਆ, ਮੈਨੂੰ ਨੀਂਦ ਨਹੀਂ ਪੈਂਦੀ ਜਿਤਨੇ ਚਿਰ ਤੱਕ ਪੂਰੀ ਬੋਤਲ ਪੀ ਨਾ ਲਵਾਂ, ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। ਇੰਨਾ ਬੇਚੈਨ। ਇਹ ਬੇਚੈਨੀ ਮੇਰੇ ਕੋਲ ਸਹਾਰੀ ਨਹੀਂ ਜਾਂਦੀ। ਜ਼ਾਰੋ-ਜ਼ਾਰ ਰੋ ਪਿਆ। ਕਹਿਣ ਲੱਗਿਆ ਤੁਸੀਂ ਕਥਾ ਕਰਦੇ ਹੋ, ਮੈਂ ਸੁਣਿਆ ਲੋਕਾਂ ਕੋਲ, ਤੁਸੀਂ ਇਸ ਲਾਈਨ ਦੇ ਚੋ, ਇਹਦਾ ਕੋਈ ਇਲਾਜ ਹੈ? ਮੈਂ ਕਿਹਾ ਹਜ਼ਾਰਾਂ ਘਰ ਤੂੰ ਬਰਬਾਦ ਕੀਤੇ ਨੇ, ਸੈਂਕੜਿਆਂ ਨੂੰ ਤੂੰ ਰੋਣ ਤੇ ਮਜਬੂਰ ਕੀਤਾ ਹੈ। ਮਨੁੱਖ ਜਦ ਕਿਸੇ ਨਾਲ ਬੁਰਾ ਕਰਦਾ ਹੈ ਤੇ ਇਹ ਸੋਚ ਕੇ ਮੈਂ ਦੂਜੇ ਨਾਲ ਕਰ ਰਿਹਾ, ਧਰਮ ਕਹਿੰਦਾ ਨਹੀਂ ਆਪਣੇ ਨਾਲ ਕਰ ਰਿਹਾ, ਕਤਈ ਦੂਜੇ ਨਾਲ ਨਹੀਂ। ਇਹ ਪਲਟ ਕੇ ਵਾਪਸ ਆਏਗਾ। ਦਿੱਤਾ ਲਈਏ ਆਪਣਾ, ਅਣ ਦਿੱਤੇ ਕਿਛ ਹੱਥ ਨਾ ਆਵੇ। ਤੂੰ ਕਿਸੇ ਦੇ ਰਸਤੇ 'ਚ ਰੋੜੇ ਅਟਕਾਏ ਨੇ, ਦੀਵਾਰਾਂ ਤੇਰੇ ਰਸਤੇ 'ਚ ਵੀ। ਤੂੰ ਕਿਸੇ ਦੇ ਰਸਤੇ 'ਚ ਕੰਡੇ ਵਿਛਾਏ ਨੇ, ਫੁੱਲ ਤੇਰੇ ਰਸਤੇ 'ਚ ਵੀ ਕੋਈ ਨਹੀਂ। ਤੂੰ ਕਿਸੇ ਦੀ ਪੱਗ ਲਾਈਏ, ਤੇਰੇ ਸਿਰ ਤੇ ਵੀ ਸਲਾਮਤ ਨਹੀਂ ਰਹਿਣੀ। ਰੱਬੀ ਨਹੀਂ ਹੈ ਮੈਂ। ਇਹ ਤੇ ਦਿੱਤਾ ਲਈਏ ਆਪਣਾ, ਜੋ ਕੁਝ ਜਗਤ ਨੂੰ ਦੇਂਗਾ ਪਲਟ ਕੇ ਵਾਪਸ ਆਏਗਾ। ਮਨੁੱਖ ਦੂਜੇ ਨਾਲ ਬੁਰਾ ਕਰਦਾ ਹੈ, ਇਹ ਜਾਣ ਕੇ ਮੈਂ ਦੂਜੇ ਨਾਲ ਕਰ ਰਿਹਾ, ਆਪਣੇ ਨਾਲ ਕਰ ਰਿਹਾ। ਮੈਨੂੰ ਕਹਿਣ ਲੱਗਾ ਇਹ ਮੈਨੂੰ ਸਮਝ ਆਇਆ, ਇਲਾਜ, ਕੁਝ ਇਲਾਜ। ਮੈਂ ਕਿਹਾ ਪਹਿਲਾ ਇਲਾਜ ਤੇ ਇਹ ਹੈ ਤੂੰ ਸਤਸੰਗ ਦੇ ਚਾਹ। ਦੇਖੋ ਬਰਸੀ ਮਨਾਈ ਜਾ ਰਹੀ ਹੈ। ਮੈਂ ਕਿਹਾ ਆਪਣੇ ਇਲਾਕੇ 'ਚ ਮਹਾਂਪੁਰਸ਼ ਹੋਏ ਭਗਤ ਜੋਧਾ ਰਾਮ ਸਿੰਘ ਜੀ, ਮੁਸਲਮਾਨ ਉਹਨਾਂ ਦੇ ਦਰਸ਼ਨਾਂ ਨੂੰ ਆਉਂਦੇ ਸਨ, ਉਹਨਾਂ ਕੋਲ ਸਿੱਖਿਆ ਲੈਂਦੇ ਸਨ। ਤੂੰ ਆ ਕਹਿਣ ਲੱਗੇ ਫਿਰ ਮੈਂ ਜਦ ਆਇਆ ਤਾਂ ਫਿਰ ਕਥਾ ਸਿਰਫ ਮੈਂ ਹੀ ਸੁਣਿਆਗਾ, ਹੋਰ ਨਹੀਂ ਉੱਥੇ ਕਿਸੇ ਨੇ ਬੈਠਣਾ। ਮੈਨੂੰ ਇਹ ਜੀ ਕਹਿਣ ਲੱਗਾ। ਮੈਂ ਕਿਹਾ ਇਸ ਗੱਲ ਦੀ ਤੂੰ ਚਿੰਤਾ ਨਾ ਕਰ, ਮੈਂ ਸੰਗਤਾਂ ਨੂੰ ਪ੍ਰੇਰਾਂਗਾ, ਮੈਂ ਬੇਨਤੀ ਕਰਾਂਗਾ, ਤੂੰ ਆ ਕਮ ਸੇ ਕਮ ਇਹ 3 ਦਿਨ ਤੇ ਆ ਤੂੰ। ਫਿਰ ਇਸ ਤੋਂ ਬਾਅਦ ਤੂੰ ਪਾਠ ਕਰੀ। ਤੂੰ ਪੰਜਾਬੀ ਜਾਣਦਾ, ਖਾਲਸਾ ਹਾਈ ਸਕੂਲ ਦਾ ਵਿਦਿਆਰਥੀ, ਉਹ ਤੂੰ ਬਾਅਦ ਵਿੱਚ ਕਰੀ, ਪਰ ਤੂੰ 3 ਦਿਨ ਤੇ ਆ। ਇੰਨੇ ਗਿਆਨੀ ਆਏ ਨੇ, ਅਕਾਲ ਤਖਤ ਦੇ ਸਿੰਘ ਸਾਹਿਬ ਵੀ ਆਏ ਹੋਏ ਸਨ, ਔਰ ਆਉਂਦੇ ਨੇ ਹਰ ਸਾਲ ਉਸ ਬਰਸੀ ਤੇ। 10-12 ਰਾਗੀ ਜਥੇ ਸਨ, ਗੁਣੀ ਜਨ ਸਨ। ਮੈਂ ਕਿਹਾ ਸੁਣ ਸਾਰਿਆਂ, ਉਡੀਕ ਮੈਂ ਕਰਦਾ ਰਿਹਾ, ਦੇਖਦਾ ਰਿਹਾ ਸੰਗਤ ਦੇ ਵਿੱਚ। ਇੰਡੀਆ ਦੇ ਵਿੱਚ ਬਾਹਰ ਵੀ ਹੌਰਨ ਲਾਉਂਦੇ ਨੇ ਗਲੀ ਦੇ ਵਿੱਚ, ਦੂਰ ਦੂਰ ਤੱਕ ਆਵਾਜ਼ਾਂ ਬੜੀ ਦੂਰ ਤੱਕ ਜਾਂਦੀਆਂ, ਖਾਸ ਵਿਸ਼ੇਸ਼ ਸਮਾਗਮ ਹੈ। ਮੈਨੂੰ ਕਿਸੇ ਨੇ ਦੱਸਿਆ ਉੱਥੇ ਖੰਭੇ 'ਚ ਜਿਹੜਾ ਹੌਰਨ ਲੱਗਿਆ ਉੱਥੇ ਤੇ ਖੜਾ ਹੈ, ਗੁਰਦੁਆਰੇ ਨਹੀਂ ਆਇਆ, ਨਹੀਂ ਆਇਆ, ਉੱਥੇ ਖੜਾ ਹੈ, ਉੱਥੇ ਸੁਣਦਾ ਪਿਆ।
इतना कोई थानू सुनाण दा मेरा मतलब इतना बेचैन, हर गुनाह मन नू बेचैन कर देंदा है, हर अपराध मन नू परेशान कर देंदा है और जीवन सिर दा बोझ बन जाता है। खुदकशी करके मरिया, आत्म हत्या करके मरिया। हैरानगी हुई, कहता इतना बोझ, इतना तनाव मैं नहीं बर्दाश्त कर सकता, मैं नहीं सहार सकता। बई इन्नियां नू परेशान किया तू, इतनियां नू रुलाया, इते दिता रहीए अपना अण दिते किच हथ ना आवे। भाई साहब कहते हैं कोई मनुख इतने बज्जर पाप करे, कितने गऊ दिज बधु बंस विश्वास बद कोट हत्या, करोड़ा तरह के कतल करे, एक नहीं ते करोड़ा गौवां मारे, भगतां नू मारे, विश्वासघात करे, कुल द्रोह करे, स्त्री नू मारे और गुरु नाल द्रोह करे। गऊ दिज बधु बंस विश्वास बद कोट हत्या, तृष्णा अनेक दुख दोख समगात है। ये तीन पंक्तियां एक दफा मैं फिर थानू सुना दें। मेरे ख्याल कोई ऐसी पीड़ा, कोई ऐसा दुख रहा नहीं जिसनों भाई साहब ने गिण नहीं लिया, जिहदा जिक्र नहीं किया भाई गुरदास ने। पंक्तियां मैं एक दफा फिर थानू सरवण करावां। अगन जरत जल बूढ़त सरप ग्रसे, शस्त्र अनेक रोम रोम कर गात है। बिरथा अनेक अपदा अधीन दीनगत, ग्रीखम और शीत बरख माय निष्प्रात है। गौ दिज बधु वंश विश्वास बद कोट हत्या, तृष्णा अनेक दुख दोख समगात है। अनेक प्रकार जोर सगल संसार सो दे, जगत दे सारे दुखा नू मैं इकट्ठा करके देख ले। भाई साहब भाई गुरदास जी, जगत दे सारे दर्द पीड़ा मैं इकट्ठा करके वेख लिया। अनेक प्रकार जोर सगल संसार सो दे, पिया के बिछो पल एक ना पुजात है। शब्द तीर दी तरह लगे है, परमात्मा दा विछोड़ा होया है। भाई साहब कहते ने ये पीड़ जगत दी कोई, ये सारियां पीड़ा एक पल का मुकाबला भी नहीं कर सकती, एक पल जितनियां भी नहीं। तो तुसी हुण खुद अंदाजा लगाओ भगत कितनी पीड़ा चो लंघदे, कितनी भयंकर पीड़ा चो लंघदे। लागी होए सोचाने पीर। लेकिन एक होर भी अर्ज करते हैं, ध्यान नाल सुनना। जिस दिन ये तीर लग्या और ये पीड़ होई, बंदा एक दुआ भी करता है, अंदरों अरदास भी करता है, हे प्रभु नहीं मिलना ते ना सही ये पीड़ा रहन दे। ऐ भी सुन लो, ऐ भी होता भयंकर पीड़ है, पर इस पीड़ा च भी कोई रस है। इस वास्ते गुरबाणी इसका भी जिक्र कर दिए। कबीर ने बड़ा खोलिया, समय ज्यादा नहीं पे देंदा, एक निक्का जिहा शेर तुहानू सरवण कराते हैं। अमीर खुसरो होए ने सूफी संत शाहजहां दे वक्त दिल्ली दे च होए ने। निजामुद्दीन दे चेले सन। लगदा है तीर उन्होंने लगे। वो कहते ने या रब दुआए वसल ना हरगिज़ कबूल हो, फिर दिल में क्या रहेगा जो हसरत निकल गई। नहीं मिलता खुदा ना मिल, कोई गल नहीं, मेरा कोई गिला नहीं, पर ये जो मेरे को पीड़ा है, ये जो मेरे को तड़पना है, ये ना खोई, ये रहन दे, ये पीड़ा रहन दे। ये हंझू गुनाहां नू धो देंदे ने, ये हंझू पापां नू धो देंदे ने, हिरदे नू फुल वर्गा कर देंदे। नहीं मिलिया रब ते ना सही, उहदे विछोड़े दा महसूस होना भी बहुत कुछ दे जाता है, बड़ी झोली भर जाता है। पर यह उदों आउंदा है जद शब्द तीर की तरह लगे, पहुंचे नहीं। मैं फिर अर्ज करा, ध्यान ने चलना है, शब्द ने चलाना है, धर्म तक पहुंचना है। जैसे ध्यान शब्द दे नेड़े आएगा, शब्द तीर की तरह लगेगा, तीर की तरह लगेगा। इसका जो लंबा चौड़ा खुलासा धन गुरु ग्रंथ साहब जी महाराज दे मौजूद है,
हो सके मैं फिर थोड़े सामने रखांगा, क्योंकि समा हो गया, समय की उलंघना बहुत ना करिए। ਆਪਾਂ ਧਿਆਨ ਨੂੰ ਚਲਾਉਣ ਦਾ ਅਭਿਆਸ ਕਰ ਲਈਏ, ਚਲੇਗਾ ਤੇ ਕਿਸੇ ਗੁਰਮੁਖ ਦਾ, ਬਾਕੀ ਕਰਨਾ ਅੰਮ੍ਰਿਤ ਵੇਲੇ ਆਉਂਦਾ, ਪਰ ਚਲਾਉਣ ਦਾ ਅਭਿਆਸ ਕਰ ਲਈਏ ਵੀ ਇੰਜ ਚਲਾਈਦਾ, ਸਵੇਰੇ ਕਰਾਂਗੇ। ਜਿਵੇਂ ਕਿਸੇ ਨੇ ਗੱਡੀ ਚਲਾਣੀ ਸਿੱਖਣੀ ਆਉਂਦੀ, ਚਲਾ ਤੇ ਸਕਦਾ ਨਹੀਂ, ਪਰ ਸਿੱਖਦਾ ਤੇ ਪਿਆ। ਇਹ ਅਭਿਆਸ ਕਰਨਾ ਸਿੱਖਣ, ਅੰਮ੍ਰਿਤ ਵੇਲੇ ਉੱਠ ਕੇ ਕਰ ਸਕੀਏ। ਜ਼ਬਾਨ ਉਚਾਰਨ ਕਰੇ, ਮਨ ਸੁਣੇ। ਜ਼ਬਾਨ ਜੋ ਕਹਿ ਰਹੀ ਹੈ ਉਹੀ ਕੰਨਾਂ ਦੁਆਰਾ ਸੁਣਿਆ ਜਾ ਰਿਹਾ ਹੈ, ਬਿਨਾਂ ਧਿਆਨ ਤੋਂ ਨਹੀਂ ਪਤਾ ਚਲੇਗਾ। ਕਿਉਂਕਿ ਕੰਨਾਂ ਕੋਲ ਅੱਖ ਨਹੀਂ ਹੈ, ਅੱਖ ਕੋਲ ਕੰਨ ਨਹੀਂ ਨੇ, ਜ਼ਬਾਨ ਕੋਲ ਕੰਨ ਨਹੀਂ ਹੈ, ਕੰਨਾਂ ਕੋਲ ਜ਼ਬਾਨ ਨਹੀਂ ਹੈ। ਮੈਂ ਜਿਸ ਨੂੰ ਵੇਖ ਰਿਹਾ, ਮੈਂ ਜਿਸ ਨੂੰ ਸੁਣ ਰਿਹਾ, ਮੈਂ ਉਸੇ ਨਾਲ ਹੀ ਬੋਲ ਰਿਹਾ। ਇਹ ਤਿੰਨਾਂ ਦਾ ਸੰਬੰਧ ਧਿਆਨ ਕਰਕੇ ਆਉਂਦਾ ਹੈ। ਅੱਖਾਂ ਦਾ ਧਿਆਨ ਜ਼ਬਾਨ ਨਾਲ ਜੁੜਿਆ ਹੋਇਆ ਹੈ, ਜ਼ਬਾਨ ਦਾ ਧਿਆਨ ਕੰਨਾਂ ਨਾਲ ਜੁੜਿਆ ਹੋਇਆ ਹੈ, ਕੰਨਾਂ ਦਾ ਧਿਆਨ ਅੱਖਾਂ ਨਾਲ ਜੁੜਿਆ ਹੋਇਆ ਹੈ। ਤਾਂ ਮੇਰਾ ਵਿਸ਼ਵਾਸ ਬਣਿਆ ਹੈ, ਜਿਹਦੇ ਨਾਲ ਮੈਂ ਬੋਲ ਰਿਹਾ ਮੈਂ ਉਹਨੂੰ ਹੀ ਵੇਖ ਰਿਹਾ, ਔਰ ਜਿਹਨੂੰ ਮੈਂ ਵੇਖ ਰਿਹਾ ਮੈਂ ਉਹਨੂੰ ਹੀ ਸੁਣ ਰਿਹਾ। ਧਰਮ ਦੀ ਸਾਧਨਾ ਧਿਆਨ ਸਾਧਨਾ। तो सिर्फ 5 दफ़ा, ज़्यादा नहीं, काफ़ी समा हो गया, आप काफ़ी समय दे बैठे हो। कोशिश करना ਜ਼ਬਾਨ ਚੋਂ ਜੋ ਧੁਨ ਨਿਕਲੇ ਉਹ ਕੰਨਾਂ ਦੇ ਰਾਹੀਂ ਮਨ ਸੁਣੇ। ਸੁਣ ਤਾਂ ਸਕੇਗਾ ਜੇ ਧਿਆਨ। ਧਿਆਨ ਰਾਹੀ ਹੈ, ਯਾਤਰੀ ਹੈ, ਸ਼ਬਦ ਵਾਹਨ ਹੈ, ਧਰਮ ਮੰਜ਼ਿਲ ਹੈ। ਧੁਨ ਧਿਆਨ ਦੀ ਸਾਧਨਾ ਇਹ ਪੰਥ ਹੈ, ਇਹ ਮਾਰਗ ਹੈ। ਜੋ ਕਰਦਾ ਹੈ ਉਹ ਪੰਥੀ ਹੈ, ਉਹ ਰਾਹੀ ਹੈ। तो सिर्फ 5 दफा। वाहे गुरु वाहे गुरु वाहे गुरु वाहे गुरु ਤੁਹਾਡੇ ਧਿਆਨ ਨੂੰ ਧਰਮ ਤੱਕ ਪਹੁੰਚਾਵੇ ਔਰ ਤੁਸੀਂ ਧਰਮ ਦਾ ਰੂਪ ਬਣ ਜਾਓ, ਪ੍ਰਭੂ ਦਾ ਰੂਪ ਬਣ ਜਾਓ। ਮੈਂ ਤੁਹਾਡੇ ਲਈ ਅਰਦਾਸ ਕਰਦਾ, ਤੁਸੀਂ ਮੇਰੇ ਲਈ ਅਰਦਾਸ ਕਰਨਾ। ਤੁਹਾਡਾ ਸੁਣਨਾ ਸਫਲ ਹੋਵੇ, ਮੇਰਾ ਸੁਣਾਉਣਾ ਸਫਲ ਹੋਵੇ। ਬੋਲ ਸੁਖ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ।